Good evening, everybody. Welcome to the official channel of Erudition Studies. ਇਹ ਵਾਲਾ ਸੈਸ਼ਨ ਸਾਡੇ ਉਸ MCQ ਟੈਸਟ ਸੀਰੀਜ਼ ਦਾ ਪਾਰਟ ਰਹੇਗਾ ਜਿਸ ਨੂੰ ਅਸੀਂ ਪ੍ਰਿੰਸੀਪਲ ਐਂਡ CIPPAC ਦੇ ਐਗਜ਼ਾਮ ਐਜ਼ ਵੈਲ ਐਜ਼ SST ਕੇਡਰ ਦੇ ਲਈ ਸਟਾਰਟ ਕੀਤਾ ਹੋਇਆ ਆ। ਇਸ ਦੇ ਵਿੱਚ ਅਸੀਂ ਲੂਸੈਂਟ ਦੀ ਪੋਲਿਟੀ ਨੂੰ ਕਵਰ ਕਰ ਰਹੇ ਹਾਂ ਐਂਡ ਯੂ ਆਲ ਨੋ ਕਿ ਲੂਸੈਂਟ ਦੀ ਪੋਲਿਟੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਫॉर एवरी एग्जाम, है ना। और ਇਹਨੂੰ ਬਿਲਕੁਲ एग्जाम ओरिएंटेड बनाया ਜਾਂਦਾ ਆ। ਇਸ ਦਾ ਮਤਲਬ ਜਿੰਨੇ ਵੀ ਹੁਣ ਤੁਹਾਨੂੰ ਇਹ ਸੈਸ਼ਨ ਮਿਲ ਰਹੇ ਆ ਇਹ ਬਿਲਕੁਲ ਹੀ एग्जाम ओरिएंटेड ਰਹਿਣਗੇ, ਠੀਕ ਹੈ। ਤੁਸੀਂ ਇੰਡੀਆ ਜਾਂ ਫਿਰ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਇਹ ਵਾਲੇ ਸੈਸ਼ਨਸ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੇ ਆ। ਅਦਰਵਾਈਜ਼ ਅਗਰ ਅਸੀਂ ਲੂਸੈਂਟ ਦੀ ਗੱਲ ਕਰੀਏ ਤਾਂ ਤੁਹਾਨੂੰ 5 ਜਿਹੜੇ ਚੈਪਟਰਸ ਹੈ ਯਾਨੀ MCQs ਦੀ ਸੀਰੀਜ਼ ਹੈ ਉਸ ਦੇ ਵਿੱਚ 5 ਵੀਡੀਓਜ਼ ਮਿਲ ਚੁੱਕੀਆਂ ਆ, ਓਕੇ। ਔਰ ਅਸੀਂ 200 ਤੋਂ ਜ਼ਿਆਦਾ ਈਵਨ ਆਈ ਥਿੰਕ 250 ਦੇ ਕਰੀਬ ਅਸੀਂ ਕੁਐਸਚਨ ਆਨਸਰ MCQs ਕਰ ਚੁੱਕੇ ਹਾਂ, ਓਕੇ, ਆਫ ਪੋਲਿਟੀ, ਰਾਈਟ। ਤਾਂ ਇਸ ਦਾ ਮਤਲਬ ਇਹ ਹੈ ਕਿ 99% ਚਾਂਸਸ ਹੋਣਗੇ ਕਿ ਤੁਸੀਂ ਅਗਰ ਪੰਜਾਬ ਦਾ ਕੋਈ ਵੀ ਐਗਜ਼ਾਮ ਦੇ ਰਹੇ ਹੋ ਤਾਂ ਪੋਲਿਟੀ ਦੇ ਕੁਐਸਚਨ ਇਹਨਾਂ ਸੀਰੀਜ਼ ਦੇ ਵਿੱਚੋਂ ਹੀ ਬਣ ਜਾਣਗੇ, ਓਕੇ। ਔਰ ਜਿੰਨੇ ਵੀ ਐਕਸਟਰਾ ਫੈਕਟਸ ਰਹਿੰਦੇ ਆ ਹਰ ਇੱਕ ਕੁਐਸਚਨ ਦੇ ਨਾਲ ਮੈਂ ਉਹ ਵੀ ਦੱਸ ਦਿੰਦੀ ਹੁੰਦੀ ਆ ਸੋ ਦੈਟ ਕਿ ਡਾਇਰੈਕਟ MCQ ਦੇ ਵਿੱਚ ਅਗਰ ਕੁਐਸਚਨ ਨਾ ਪੁੱਟ ਕੀਤਾ ਜਾਏ ਤੇ ਇਨਡਾਇਰੈਕਟ ਵੇ ਦੇ ਨਾਲ ਆ ਜਾਏ ਤਾਂ ਵੀ ਤੁਸੀਂ ਆਨਸਰ ਕਰ ਪਾਓ, ਓਕੇ। ਤਾਂ ਜਿਹੜੇ ਵੀ ਸਟੂਡੈਂਟਸ ਨੇ ਉਹ ਵਾਲੇ ਪਹਿਲੇ 5 ਲੈਕਚਰਸ ਨਹੀਂ ਦੇਖੇ ਆਈਲ ਪ੍ਰੋਵਾਈਡ ਦ ਲਿੰਕ ਇਨ ਦ ਡਿਸਕ੍ਰਿਪਸ਼ਨ ਬਾਕਸ ਐਂਡ ਯੂ ਕੈਨ ਚੈੱਕ ਆਊਟ ਦੇਅਰ, ਓਕੇ। ਸਟਾਰਟ ਕਰਦੇ ਹਾਂ ਫਿਰ ਅੱਜ ਦੇ ਸੈਸ਼ਨ ਨੂੰ ਜਿਸ ਦੇ ਵਿੱਚ ਅਸੀਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੇ MCQs ਨੂੰ ਕਵਰ ਕਰਾਂਗੇ, ਓਕੇ। ਯੈਸ, ਕੁਐਸਚਨ ਨੰਬਰ 1 who was the first woman to become the prime minister of a country। ਹੁਣ ਇੱਥੇ ਆਫ ਅ ਕੰਟਰੀ ਬੋਲਿਆ ਇਸ ਦਾ ਮਤਲਬ ਵੀ ਆਰ ਨੋਟ ਟਾਕਿੰਗ ਅਬਾਊਟ ਇੰਡੀਆ, ਓਕੇ। ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਆ। ਪਹਿਲੇ ਵਿਮਨ ਦੱਸਣੇ ਆ ਜਿਹੜੇ ਕਿਸੇ ਵੀ ਦੇਸ਼ ਦੇ ਪਹਿਲੇ ਪ੍ਰਾਈਮ ਮਿਨਿਸਟਰ ਬਣੇ ਹੋਣ। ਇਹਨਾਂ ਦਾ ਨਾਮ ਹੈ ਸਿਰੀਮਾਵੋ ਭੰਡਾਰਨਾਇਕੇ, ਓਕੇ। ਔਰ ਇਹਨਾਂ ਨੂੰ 1960 ਦੇ ਵਿੱਚ ਸ਼੍ਰੀਲੰਕਾ ਦੇ PM ਦੇ ਵਜੋਂ ਇਲੈਕਟ ਕੀਤਾ ਗਿਆ ਸੀਗਾ ਔਰ ਇਹਨਾਂ ਨੇ ਇੱਕ ਵਾਰ ਨਹੀਂ, 2 ਵਾਰ ਨਹੀਂ ਬਲਕਿ 3 ਟਾਈਮ ਐਜ਼ PM ਸਰਵ ਕੀਤਾ ਹੋਇਆ ਆ। ਪਹਿਲੀ ਟਰਮ ਇਹਨਾਂ ਦੀ 1960 ਤੋਂ ਲੈ ਕੇ 65 ਤੱਕ ਸੀ। ਆਫਟਰ ਦੈਟ 70 ਤੋਂ ਲੈ ਕੇ 77 ਤੱਕ, ਓਕੇ। ਦੈਨ 94 ਤੋਂ ਲੈ ਕੇ 2000 ਤੱਕ, ਰਾਈਟ। ਔਰ ਇਹਨਾਂ ਨੇ ਸ਼੍ਰੀਲੰਕਾ ਦੇ ਵਿੱਚ ਡਿਫੈਂਸ ਐਂਡ ਐਕਸਟਰਨਲ ਅਫੇਅਰ ਮਿਨਿਸਟਰੀ ਦੇ ਵਿੱਚ ਵੀ ਸਰਵ ਕੀਤਾ ਹੋਇਆ ਆ। ਔਰ ਇਹਨਾਂ ਨੂੰ 1975 ਦੇ ਵਿੱਚ ਹੀ ਸ਼੍ਰੀਲੰਕਾ ਦੇ ਵਿੱਚ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਅਫੇਅਰਸ ਨੂੰ ਕ੍ਰੀਏਟ ਕਰਨ ਦਾ ਵੀ ਕ੍ਰੈਡਿਟ ਦਿੱਤਾ ਜਾਂਦਾ ਆ, ਰਾਈਟ, ਓਕੇ। ਇਹਨਾਂ ਦੀ 2000 ਦੇ ਵਿੱਚ ਡੈਥ ਹੋ ਗਈ ਸੀਗੀ ਐਂਡ ਈਵਨ ਤੁਸੀਂ ਦੇਖੋ 1980 ਦੇ ਵਿੱਚ ਆਪਣੀਆਂ ਪਾਵਰਸ ਨੂੰ ਗਲਤ ਇਸਤੇਮਾਲ ਕਰਨ ਦੇ ਕਰਕੇ ਇਹਨਾਂ ਦੇ ਉੱਪਰ ਐਲੀਗੇਸ਼ਨਸ ਲਗਾਏ ਗਏ ਔਰ 7 ਇਅਰਸ ਦੇ ਲਈ ਇਹਨਾਂ ਨੂੰ ਗਵਰਨਮੈਂਟ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ, ਓਕੇ। ਯੈਸ, question number 2 in India the prime minister remains in office so long as he enjoys the dash। ਕਦੋਂ ਤੱਕ ਭਾਰਤ ਦੇ ਵਿੱਚ ਪ੍ਰਾਈਮ ਮਿਨਿਸਟਰ ਆਪਣੇ ਆਫਿਸ ਦੇ ਵਿੱਚ ਬਣੇ ਰਹਿ ਸਕਦੇ ਨੇ ਤਾਂ ਜਦੋਂ ਤੱਕ ਕਿ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਕੌਨਫੀਡੈਂਸ ਰਹੇਗਾ, ਯਾਨੀ ਕਿ ਲੋਕ ਸਭਾ ਇਹਨਾਂ ਦੇ ਵਿੱਚ ਵਿਸ਼ਵਾਸ ਰੱਖੇਗੀ, ਠੀਕ ਹੈ। ਅਗਰ ਤੁਸੀਂ ਕਨਸਟੀਟਿਊਸ਼ਨ ਦਾ ਆਰਟੀਕਲ 75 ਦੇਖੋਗੇ ਤਾਂ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਪ੍ਰਾਈਮ ਮਿਨਿਸਟਰ ਐਂਡ ਕਾਉਂਸਲ ਆਫ ਮਿਨਿਸਟਰਸ ਦੇ ਬਾਰੇ ਦੇ ਵਿੱਚ, ਠੀਕ ਹੈ। ਐਂਡ ਇਸ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਆ ਇਹਨਾਂ ਨੂੰ ਅਪਾਇੰਟ ਕੌਣ ਕਰਦਾ ਆ, ਪ੍ਰੈਸੀਡੈਂਟ ਅਪਾਇੰਟ ਕਰਦੇ ਨੇ, ਰਾਈਟ। ਪਰ ਇੱਥੇ ਇਹ ਗੱਲ ਹੈ ਕਿ ਜਿਹੜੇ ਪ੍ਰੈਸੀਡੈਂਟ ਹੈ ਉਹ ਕਿਸ ਪਰਸਨ ਨੂੰ ਪ੍ਰਾਈਮ ਮਿਨਿਸਟਰ ਨਿਯੁਕਤ ਕਰਨਗੇ ਤਾਂ ਦੇਖੋ ਜਿਹੜੀ ਵੀ ਪੋਲੀਟੀਕਲ ਪਾਰਟੀ ਨੂੰ ਲੋਕ ਸਭਾ ਦੇ ਇਲੈਕਸ਼ਨਸ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਸ ਮਿਲਦੀਆਂ ਹੈ ਨਾ ਉਸੇ ਹੀ ਪਾਰਟੀ ਦੇ ਜਿਹੜੇ ਮੈਂਬਰਸ ਹੁੰਦੇ ਆ ਉਹ ਆਪਸ ਦੇ ਵਿੱਚ ਸਲਾਹ ਕਰਕੇ ਆਪਸੀ ਸਹਿਮਤੀ ਦੇ ਨਾਲ PM ਦਾ ਜਿਹੜਾ ਨਾਮ ਹੈ ਉਹ ਸੁਜੈਸਟ ਕਰ ਦਿੰਦੇ ਨੇ, ਓਕੇ। ਔਰ ਇਹਨਾਂ ਦੇ ਸੁਜੈਸ਼ਨ ਦੇ ਬੇਸ ਦੇ ਉੱਪਰ ਹੀ ਪ੍ਰੈਸੀਡੈਂਟ ਜੋ ਹੈ ਇਹ PM ਨੂੰ ਅਪਾਇੰਟ ਕਰਦੇ ਨੇ, ਓਕੇ। ਤਾਂ ਇਸ ਦਾ ਫਿਰ ਇਨਡਾਇਰੈਕਟਲੀ ਮੀਨਿੰਗ ਇਹ ਨਿਕਲ ਰਿਹਾ ਹੈ ਕਿ ਜੋ ਲੋਕ ਸਭਾ ਹੁੰਦੀ ਹੈ, ਰਾਈਟ, ਉਹਦਾ ਸਭ ਤੋਂ ਜ਼ਿਆਦਾ ਹੱਕ ਹੁੰਦਾ ਆ ਪ੍ਰਾਈਮ ਮਿਨਿਸਟਰ ਦੇ ਉੱਪਰ, ਰਾਈਟ। ਉਹਨੂੰ ਅਪਾਇੰਟ ਕਰਨ ਦੇ ਵਿੱਚ ਉਹਦਾ ਹੀ ਮੇਨ ਰੋਲ ਹੁੰਦਾ ਆ, ਓਕੇ। ਤਾਂ ਇਸ ਕਰਕੇ ਫਿਰ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਦੇ ਲਈ ਇਹ ਕੰਪਲਸਰੀ ਹੋ ਜਾਂਦਾ ਆ ਕਿ ਲੋਕ ਸਭਾ ਦਾ ਕੌਨਫੀਡੈਂਸ ਹਮੇਸ਼ਾ ਇਹਦੇ ਨਾਲ ਰਹੇ। ਅਗਰ ਲੋਕ ਸਭਾ ਜੋ ਹੈ ਇਸ ਦੇ ਮੈਂਬਰਸ ਪ੍ਰਾਈਮ ਮਿਨਿਸਟਰ ਦੇ ਅਗੇਂਸਟ ਹੋ ਜਾਣ ਤੇ ਪ੍ਰਾਈਮ ਮਿਨਿਸਟਰ ਕੌਨਫੀਡੈਂਸ ਗਵਾ ਦੇਵੇ ਤਾਂ ਫਿਰ ਉਸ ਨੂੰ ਆਪਣੀ ਪੋਸਟ ਤੋਂ ਰਿਜ਼ਾਈਨ ਕਰਨਾ ਪੈਂਦਾ ਆ, ਓਕੇ। ਕੁਐਸਚਨ ਨੰਬਰ 3 which party provided 2 PMs in 2 years time। 2 ਸਾਲ ਦੇ ਅੰਦਰ ਅੰਦਰ ਕਿਸ ਪਾਰਟੀ ਨੇ ਇੰਡੀਆ ਨੂੰ 2 ਪ੍ਰਾਈਮ ਮਿਨਿਸਟਰ ਦਿੱਤੇ ਸੀ ਤਾਂ ਇਹ ਪਾਰਟੀ ਹੋ ਜਾਏਗੀ ਜਨਤਾ ਦਲ, ਓਕੇ। ਔਰ ਜਨਤਾ ਦਲ ਨੂੰ ਹੀ ਪੀਪਲ ਪਾਰਟੀਜ਼ ਵੀ ਬੋਲਦੇ ਨੇ, ਪੀਪਲ ਪਾਰਟੀ ਵੀ ਬੋਲਦੇ ਆ, ਓਕੇ।
ਔਰ ਇਹ ਉਹ ਪਾਰਟੀ ਸੀ ਜਿਸ ਨੇ 1975 ਤੋਂ ਲੈ ਕੇ 77 ਦੇ ਵਿੱਚ ਇੰਦਰਾ ਗਾਂਧੀ ਦੀ ਗਵਰਨਮੈਂਟ ਵੱਲੋਂ ਜੋ ਵੀ ਸਟੇਟ ਦੇ ਵਿੱਚ ਐਮਰਜੈਂਸੀ ਲਗਾਈ ਗਈ ਸੀ ਉਸ ਨੂੰ ਅਪੋਜ਼ ਕੀਤਾ ਸੀ, ਠੀਕ ਹੈ। ਔਰ ਇਹ ਵਾਲੀ ਐਮਰਜੈਂਸੀ ਦੇ ਬਾਰੇ ਦੇ ਵਿੱਚ ਅਸੀਂ ਜਦੋਂ ਪੋਲਿਟੀ ਦੇ डिटेल वाले लैक्चर करांगे ने थियोरी उस दे विच डिस्कस करांगे, ओके ठीक है। ਤੇ ਇਹਦੇ ਨਾਲ ਲੀਡਰ ਹੁੰਦੇ ਸੀਗੇ ਮੋਰਾਰਜੀ ਦੇਸਾਈ, ਓਕੇ, ਔਰ ਇਹਨਾਂ ਨੂੰ ਹੀ ਫਿਰ ਇੰਡੀਆ ਦੇ ਐਜ਼ 4th ਪ੍ਰਾਈਮ ਮਿਨਿਸਟਰ ਅਪਾਇੰਟ ਕੀਤਾ ਗਿਆ ਸੀਗਾ। ਇਹਨਾਂ ਨੇ ਕੀ ਕੀਤਾ 1977 ਤੋਂ ਲੈ ਕੇ ਐਂਡ 1979 ਤੱਕ ਐਜ਼ ਪ੍ਰਾਈਮ ਮਿਨਿਸਟਰ ਸਰਵ ਕੀਤਾ, ਰਾਈਟ। ਫਿਰ ਉਸ ਤੋਂ ਬਾਅਦ ਨਾ 1979 ਦੇ ਵਿੱਚ ਨਾ ਚਰਨ ਸਿੰਘ ਜੋ ਨੇ ਇਹ ਜਨਤਾ ਪਾਰਟੀ ਦੇ ਵਿੱਚੋਂ ਦੀ ਬਾਹਰ ਆਏ, ਪੁਲ ਆਊਟ ਹੋਏ ਐਂਡ ਉਹਨਾਂ ਨੇ ਫਿਰ ਇਹਨਾਂ ਨੂੰ ਮਜਬੂਰ ਕੀਤਾ ਐਂਡ ਫਿਰ ਮੋਰਾਰਜੀ ਦੇਸਾਈ ਜੀ ਨੂੰ ਰਿਜ਼ਾਈਨ ਕਰਨਾ ਪਿਆ ਐਜ਼ PM, ਆਲਰਾਈਟ। ਤੇ ਉਸ ਤੋਂ ਬਾਅਦ ਫਿਰ ਜਿਹੜੇ ਚਰਨ ਸਿੰਘ ਸੀਗੇ ਇਹ ਇੰਡੀਆ ਦੇ 5th ਪ੍ਰਾਈਮ ਮਿਨਿਸਟਰ ਬਣੇ ਸੀਗੇ। ਬਟ ਇਹਨਾਂ ਦਾ ਜੇ ਤੁਸੀਂ ਕਾਰਜਕਾਲ ਦੇਖੋਗੇ ਨਾ ਚਰਨ ਸਿੰਘ ਦਾ ਬਹੁਤ ਹੀ ਜ਼ਿਆਦਾ ਘੱਟ ਹੈ, ਈਵਨ 1 ਸਾਲ ਦੇ ਲਈ ਵੀ ਐਜ਼ ਪ੍ਰਾਈਮ ਮਿਨਿਸਟਰ ਇਹਨਾਂ ਨੇ ਸਰਵ ਨਹੀਂ ਕੀਤਾ, ਓਕੇ। ਇਹਨਾਂ ਦਾ ਐਜ਼ ਪ੍ਰਾਈਮ ਮਿਨਿਸਟਰ ਟਾਈਮ ਪੀਰੀਅਡ ਰਹੇਗਾ 28 ਜੁਲਾਈ 1979 ਤੋਂ ਲੈ ਕੇ 14 ਜਨਵਰੀ 1980 ਤੱਕ, ਆਲਰਾਈਟ। ਇਸ ਤਰ੍ਹਾਂ ਫਿਰ ਇਹ ਦੋਨੋਂ ਦੇ ਦੋਨੋਂ ਹੀ ਇੱਕੋ ਹੀ ਪਾਰਟੀ ਦੇ ਵਿੱਚੋਂ ਬਿਲੋਂਗ ਕਰਦੇ ਸੀ। ਕੁਐਸਚਨ ਨੰਬਰ 4, what is the tenure of prime minister of India? ਇਹ ਬਹੁਤ ਜ਼ਿਆਦਾ ਟ੍ਰਿਕੀ ਕੁਐਸਚਨ ਹੈ, ਰਾਈਟ। ਇੱਥੇ ਪੁੱਛਿਆ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਆ ਉਹਨਾਂ ਦੀ ਟੈਨਿਓਰ ਕਿੰਨੀ ਹੁੰਦੀ ਹੈ। ਕਈ ਵਾਰ ਇਹ ਵਾਲਾ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ, ਤਾਂ ਇਹਨੂੰ ਤੁਸੀਂ ਗਲਤੀ ਨਾਲ ਵੀ 5 ਈਅਰ ਨਹੀਂ ਲਗਾ ਕੇ ਆਉਣਾ, ਠੀਕ ਹੈ। ਇਹ ਹੋ ਜਾਏਗਾ as long as he enjoys the support of a majority in the Lok Sabha and the pleasure of the president। ਦੇਖੋ ਹੁੰਦਾ ਕੀ ਹੈ, ਵੈਸੇ ਅਸੀਂ ਦੇਖਦੇ ਹਾਂ ਕਿ ਜਨਰਲੀ ਜਿਹੜੇ ਪ੍ਰਾਈਮ ਮਿਨਿਸਟਰ ਹੈ ਨਾ ਇਹਨਾਂ ਨੂੰ 5 ਸਾਲ ਵਾਸਤੇ ਚੁਣ ਲੈਂਦੇ ਆ ਤੇ ਉਸ ਤੋਂ ਬਾਅਦ ਦੁਬਾਰਾ ਤੋਂ ਇਲੈਕਸ਼ਨਸ ਹੁੰਦੇ ਨੇ, ਰਾਈਟ। ਬਟ ਅਗਰ ਤੁਸੀਂ ਕਨਸਟੀਟਿਊਸ਼ਨ ਦੀ ਗੱਲ ਕਰੋਗੇ ਤਾਂ ਇਹਦੇ ਅਕੋਰਡਿੰਗ ਇਹ 5 ਸਾਲ ਵਾਲਾ ਤੱਤ ਸਹੀ ਨਹੀਂ ਹੈਗਾ, ਠੀਕ ਹੈ। ਕਨਸਟੀਟਿਊਸ਼ਨ ਦੇ ਵਿੱਚ ਬੋਲਿਆ ਗਿਆ ਹੈ ਕਿ ਜਦੋਂ ਤੱਕ ਲੋਕ ਸਭਾ ਐਂਡ ਪ੍ਰੈਜ਼ੀਡੈਂਟ ਇਹ ਦੋਨੋਂ ਖੁਸ਼ ਤਾਂ ਸਮਝ ਲਓ ਪ੍ਰਾਈਮ ਮਿਨਿਸਟਰ ਵੀ ਖੁਸ਼, ਠੀਕ ਹੈ। ਪ੍ਰਾਈਮ ਮਿਨਿਸਟਰ ਦੀ ਕੁਰਸੀ ਨੂੰ ਕੁਝ ਨਹੀਂ ਹੋਣਾ, ਤਾਂ ਇਸ ਦਾ ਮਤਲਬ ਹੈ ਕਿ ਦੋਨੋਂ ਹੀ ਪੁਆਇੰਟ ਤੁਸੀਂ ਯਾਦ ਰੱਖਣੇ ਹੈ। ਇੱਥੇ ਕਈ ਵਾਰੀ ਤੁਹਾਨੂੰ ਦਿੱਤਾ ਹੋਏਗਾ as long as he enjoys the support of majority in the ਲੋਕ ਸਭਾ, ਤੇ ਕਈ ਵਾਰੀ ਕੱਲਾ ਦਿੱਤਾ ਹੋਏਗਾ the pleasure of the president, ਤੇ ਤੁਹਾਨੂੰ ਦੋਨੋਂ ਹੀ ਪਤਾ ਹੋਣੇ ਚਾਹੀਦੇ ਆ, ਪ੍ਰੈਜ਼ੀਡੈਂਟ ਵੀ ਤੇ ਲੋਕ ਸਭਾ ਵੀ, ਠੀਕ ਹੈ। ਇਸ ਦਾ ਮਤਲਬ ਕੀ ਹੋਇਆ, ਮੰਨ ਲਓ ਪ੍ਰਾਈਮ ਮਿਨਿਸਟਰ ਹੈ, ਠੀਕ ਹੈ, ਉਹਦੇ ਅਗੇਂਸਟ ਆ ਗਿਆ ਜੀ ਨੋ ਕੌਨਫੀਡੈਂਸ ਮੋਸ਼ਨ, ਓਕੇ। ਤੇ ਇਹਦੀ ਜਿਹੜੀ ਪਾਰਟੀ ਹੈ ਪ੍ਰਾਈਮ ਮਿਨਿਸਟਰ ਦੀ ਉਸਨੇ ਸਿੰਪਲ ਮੈਜੋਰਿਟੀ ਦੇ ਨਾਲ ਪ੍ਰਾਈਮ ਮਿਨਿਸਟਰ ਦਾ ਸਾਥ ਨਹੀਂ ਦਿੱਤਾ, ਠੀਕ ਹੈ। ਤਾਂ ਇਸ ਦਾ ਮਤਲਬ ਹੋ ਗਿਆ ਕਿ ਜੋ ਨੋ ਕੌਨਫੀਡੈਂਸ ਮੋਸ਼ਨ ਆਇਆ ਸੀ ਉਸ ਦੇ ਵਿੱਚ ਪ੍ਰਾਈਮ ਮਿਨਿਸਟਰ ਹਾਰ ਜਾਂਦੇ ਆ ਤੇ ਫਿਰ ਇਹਨਾਂ ਨੂੰ ਰਿਜ਼ਾਈਨ ਕਰਨਾ ਪੈਂਦਾ ਆ, ਠੀਕ ਹੈ। ਹੁਣ ਤੱਕ ਕਿੰਨੇ ਪ੍ਰਾਈਮ ਮਿਨਿਸਟਰ ਹੈ ਜਿਨ੍ਹਾਂ ਨੂੰ ਨੋ ਕੌਨਫੀਡੈਂਸ ਮੋਸ਼ਨ ਦਾ ਸਾਹਮਣਾ ਕਰਨਾ ਪਿਆ ਔਰ ਉਸ ਦੇ ਬੇਸ ਦੇ ਉੱਪਰ ਉਹਨਾਂ ਨੇ ਰਿਜ਼ਾਈਨ ਕੀਤਾ? ਤਾਂ ਟੋਟਲ 3 ਪ੍ਰਾਈਮ ਮਿਨਿਸਟਰ ਹੋ ਜਾਣਗੇ। ਇੱਕ ਹੋ ਜਾਣਗੇ ਮਿਸਟਰ HD ਦੇਵੇਗੌੜਾ, ਦੈਨ IK ਗੁਜਰਾਲ ਐਂਡ ਲਾਸਟ ਤੇ ਅਟਲ ਬਿਹਾਰੀ ਵਾਜਪੇਈ ਜੀ, ਓਕੇ। ਨਾਲ ਹੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਅਗਰ PM ਚਾਹੇ ਤਾਂ ਉਹ ਖੁਦ ਵੀ ਰਿਜ਼ਾਈਨ ਕਰ ਸਕਦਾ ਆ, ਓਕੇ। ਐਂਡ ਜਿਹੜੇ ਮੋਰਾਰਜੀ ਦੇਸਾਈ ਹੈਗੇ ਆ ਇਹ ਪਹਿਲੇ PM ਸੀਗੇ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਨਾਲ ਰੈਸਿਗਨੇਸ਼ਨ ਦਿੱਤਾ ਸੀ, ਓਕੇ। ਕੁਐਸਚਨ ਨੰਬਰ 5, who among the following is the chairman of the National Integration Council? ਤਾਂ ਨੈਸ਼ਨਲ ਇੰਟੀਗ੍ਰੇਸ਼ਨ ਕਾਉਂਸਲ ਦੇ ਚੇਅਰਮੈਨ ਕੌਣ ਹੁੰਦੇ ਆ? ਜਿਹੜੇ ਵੀ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਹੋਣਗੇ ਉਹੀ ਨੈਸ਼ਨਲ ਇੰਟੀਗ੍ਰੇਸ਼ਨ ਕਾਉਂਸਲ ਦੇ ਚੇਅਰਮੈਨ ਹੋ ਜਾਣਗੇ, ਓਕੇ। ਤੇ ਇੱਥੇ ਸਿਰਫ ਅਸੀਂ NIC ਦੀ ਹੀ ਗੱਲ ਨਹੀਂ ਕਰਨੀ, ਇਸ ਦੇ ਨਾਲ ਨਾਲ ਤੁਸੀਂ ਯਾਦ ਰੱਖਣਾ ਹੈ ਮਿਨਿਸਟਰੀ ਆਫ ਪਰਸੋਨਲ, ਪਬਲਿਕ ਗ੍ਰੀਵੈਂਸ ਐਂਡ ਪੈਨਸ਼ਨਸ, ਡਿਪਾਰਟਮੈਂਟ ਆਫ ਸਪੇਸ ਐਂਡ ਐਟੋਮਿਕ ਐਨਰਜੀ, ਇਹਨਾਂ ਸਾਰਿਆਂ ਦੇ ਉੱਪਰ ਈਵਨ ਨਿਊਕਲੀਅਰ ਪਾਵਰ ਦੇ ਵਿੱਚ ਵੀ ਪ੍ਰਾਈਮ ਮਿਨਿਸਟਰ ਹੀ ਹੈੱਡ ਹੋਣਗੇ, ਓਕੇ। ਇਹਦੇ ਨਾਲ ਨਾਲ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਨੇ ਨਾ ਇਹ ਅਲੱਗ-ਅਲੱਗ ਮਿਨਿਸਟਰਸ ਨੂੰ ਅਲੱਗ-ਅਲੱਗ ਮਿਨਿਸਟਰੀਜ਼ ਦਿੰਦੇ ਆ, ਯਾਨੀ ਕਿ ਪੋਰਟਫੋਲੀਓ ਵੀ ਅਲੋਟ ਇਹੀ ਕਰਦੇ ਨੇ। ਔਰ ਅਗਰ ਤੁਸੀਂ ਨੀਤੀ ਆਯੋਗ ਦੀ ਗੱਲ ਕਰੋਗੇ ਜਿਸ ਨੂੰ ਕਿ ਇੰਡੀਆ ਦੇ ਵਿੱਚ ਥਿੰਕ ਟੈਂਕ ਬੋਲਿਆ ਜਾਂਦਾ ਆ, ਰਾਈਟ, ਇਹਦੇ ਵੀ ਐਕਸ ਆਫੀਸ਼ੀਅਲ ਚੇਅਰਮੈਨ ਸਾਡੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਹੀ ਹੁੰਦੇ ਨੇ, ਠੀਕ ਹੈ। ਕੁਐਸਚਨ ਨੰਬਰ 6, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਇਹਨਾਂ ਦੇ ਵਿੱਚੋਂ ਕਿਹੜੀ ਸਹੀ ਹੈ ਉਹ ਦੱਸਣਾ। ਤਾਂ ਇਹ ਦੋਨੋਂ ਹੀ ਸਟੇਟਮੈਂਟ ਸਹੀ ਹੋ ਜਾਣਗੀਆਂ, ਠੀਕ ਹੈ। ਦੇਖੋ ਪਹਿਲੀ ਹੈ ਕਿ ਜੇ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰਦਾ ਆ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸਾਰੀ ਦੀ ਸਾਰੀ ਕੈਬਨਿਟ ਨੇ ਹੀ ਰਿਜ਼ਾਈਨ ਕਰ ਦਿੱਤਾ, ਠੀਕ ਹੈ। ਦੂਸਰਾ ਹੈ
कि जो प्राइम मिनिस्टर है वो एडवाइस दिंदे है प्रेसिडेंट नू, ठीक है, एंड फिर प्रेसिडेंट समन कर सकदा आ एंड उसदे नाल प्रोरोगेट कर सकदा आ पार्लीमेंट नू एंड लोक सभा नू डिसोल्व भी कर सकदा है, ठीक है। तो इन्हां दे बारे विच आपां डिटेल दे विच डिस्कस कर लैंदे आ। आर्टिकल जो 75 है जिस दे बारे असीं हुणे गल कीती सी, उसदे तीसरे भाग दे विच बोलिया गया है कि यूनियन कैबिनेट जो है ना यह लोक सभा नू कलैक्टिवली रिस्पॉन्सिबल हुंदी है, ठीक है। ते असीं कुछ देर पहला ही देखिया सी कि प्राइम मिनिस्टर उदों तक ही अपनी कुर्सी के उपर काबज रह सकते हैं जदों तक लोक सभा का कॉन्फिडेंस रहिंदा है, ठीक है। बट इत्थे हुण असीं दूसरी चीज़ किहड़ी याद रखनी है कि अगर प्राइम मिनिस्टर रिजाइन देंगे तो सारी दी सारी लोक सभा नू ही रिजाइन करना पएगा। ओके, क्वेश्चन नंबर 7, who of the following became prime minister of India without becoming a union cabinet minister? ਇਹਨਾਂ ਦੇ ਵਿੱਚੋਂ ਕਿਹੜੇ ਹੈਗੇ ਨੇ ਜੋ ਕਿ ਯੂਨੀਅਨ ਕੈਬਨਿਟ ਦੇ ਮਿਨਿਸਟਰ ਨਹੀਂ ਬਣੇ ਬਟ ਡਾਇਰੈਕਟ ਉਹ ਪ੍ਰਾਈਮ ਮਿਨਿਸਟਰ ਬਣੇ। ਓਕੇ, ਤਾਂ ਇਹਨਾਂ ਦਾ ਨਾਮ ਹੈ ਮਿਸਟਰ HD ਦੇਵੇਗੌੜਾ। ਓਕੇ, ਔਰ HD ਦੇਵੇਗੌੜਾ ਇੰਡੀਆ ਦੇ ਕਿੰਨਵੇਂ ਨੰਬਰ ਦੇ ਪ੍ਰਾਈਮ ਮਿਨਿਸਟਰ ਬਣੇ? 11th ਨੰਬਰ ਦੇ। ਇਹ ਕਰਨਾਟਕਾ ਤੋਂ ਬਿਲੋਂਗ ਕਰਦੇ ਸੀਗੇ ਔਰ ਇਹ ਪਹਿਲਾਂ ਕਰਨਾਟਕਾ ਦੇ ਵਿੱਚ CM ਸੀ, ਠੀਕ ਹੈ। ਤੇ 1996 ਦੇ ਵਿੱਚ ਇਹਨਾਂ ਨੇ ਰਿਜ਼ਾਈਨ ਦੇ ਦਿੱਤਾ ਤੇ ਉਸ ਤੋਂ ਬਾਅਦ ਇਹ ਬਣ ਗਏ ਇੰਡੀਆ ਦੇ ਪ੍ਰਾਈਮ ਮਿਨਿਸਟਰ। ਓਕੇ, ਤੇ ਜੇ ਤੁਸੀਂ ਦੇਖੋਗੇ ਐਜ਼ ਪ੍ਰਾਈਮ ਮਿਨਿਸਟਰ ਇਹਨਾਂ ਨੇ ਕਦੋਂ ਤੋਂ ਕਦੋਂ ਤੱਕ ਸਰਵ ਕੀਤਾ? 1 ਜੂਨ 1996 ਤੋਂ ਲੈ ਕੇ 21 ਅਪ੍ਰੈਲ 1997 ਤੱਕ ਇਹਨਾਂ ਨੇ ਸਰਵ ਕੀਤਾ ਸੀ। ਓਕੇ, question number 8, who was the prime minister when the anti-defection bill was passed? Very much important bill it is। okay, ਤਾਂ ਇਸ ਦੇ ਬਾਰੇ ਸਾਰੇ ਹੀ ਫੈਕਟਸ ਯਾਦ ਰੱਖਣਾ। ਇਹ ਰਾਜੀਵ ਗਾਂਧੀ ਦੀ ਗਵਰਨਮੈਂਟ ਦੇ ਵੇਲੇ ਆਇਆ ਸੀਗਾ, ਠੀਕ ਹੈ। ਹੁਣ ਅਸੀਂ ਪਹਿਲਾਂ ਦੇਖ ਰਹੇ ਹਾਂ ਐਂਟੀ ਡਿਫੈਕਸ਼ਨ ਲਾਅ ਦੇ ਬਾਰੇ ਦੇ ਵਿੱਚ। ਓਕੇ, ਤਾਂ ਇਸ ਦੇ ਬਾਰੇ ਪੁੱਛਿਆ ਜਾਂਦਾ ਹੈ ਕਿ ਕਨਸਟੀਟਿਊਸ਼ਨ ਦੇ ਵਿੱਚ ਕਿੰਨਵੇਂ ਨੰਬਰ ਦੀ ਅਮੈਂਡਮੈਂਟ ਹੋਈ ਸੀ? ਯਾਦ ਰੱਖਣਾ ਹੈ 52 ਨੰਬਰ ਦੀ ਅਮੈਂਡਮੈਂਟ ਦੇ ਨਾਲ ਇਹਨੂੰ ਪਾਸ ਕੀਤਾ ਗਿਆ ਸੀਗਾ। ईयर भी बहुत ज़्यादा इंपॉर्टेंट रहेगा, इट इज़ 1985, राइट। एंड इनू फिर इंडिया के 10th स्केड्यूल दे विच शामिल किया गया आ और इनू इंडियन पोलिटिकल सिस्टम दे विच ना ये चाहते सी कि स्टेबिलिटी आए, ठीक है। ऐदा नहीं कि कभी कोई MP एंड MLA किसी दूसरे पार्टी च चला गया, दूसरे पार्टी का फिर ए वाली पार्टी में आ गया, ऐदा बहुत ज़्यादा हुंदा सीगा, ठीक है। तो इनू ना ज़्यादा नोटिस किया गया 1967 दे विच। वैसे तो ओबवियसली 1947 तो ही सब कुछ चल रहा सीगा बट 20 साल बाद इनू ज़्यादा नोटिस किया गया। बड़े ही हासे वाली घटना हुई सी उदों इंडियन पॉलिटिकल सिस्टम दे विच। की होया, हरियाणा दे एक MLA हुंदे सी गया राम, राइट। उन्होंने की किया विद इन 1 डे यानी कि 24 आवर्स के विच इन्हां ने 3 पार्टीज़ नू चेंज कर लिया। जेडी पार्टी लालच देवे बस ये पहली तो रिजाइन करके दूसरी च चले गए, दूसरी ने लालच दिता तो दूसरी तो रिजाइन करके तीसरी च चले गए, ठीक है। तो इन्हें पोलिटिकल सिस्टम च बड़ी उथल पुथल मचा दी सी। उस तो बाद फिर बोलिया जान लग गया आया राम गया राम, ठीक है। इन्हां दे नाम दे उपर ही ये वाला जिहड़ा जुमला बहुत ज़्यादा फेमस होया सीगा पोलिटिकल सिस्टम दे विच। ते ऐदां दियां पोलिटिकल डिफेक्शनस नू यानी कि शिफ्टिंग्स नू खत्म करन दे लई लॉ नू लिआंदा गया, ठीक है। किहड़े वाला? एंटी डिफेक्शन लॉ, राइट। और इहदे च हुंदा की है? इहदे च बोलिया गया है कि कोई भी मैंबर ऑफ पार्लीमेंट, ठीक है, चाहे वो किसी भी पार्टी तो बिलोंग करता होए, अगर वो वॉलंटरली पार्टी की मैंबरशिप नू गिव अप करता है तो उसनू डिसक्वालीफाई कर दिता जाएगा, ठीक है। और अगर मान लो कि वह पार्टी की मर्जी के अगेंस्ट वोट करता है, ठीक है, जो पार्टी ने क्या उनके अगेंस्ट, या फिर वह वोट ही नहीं करता तो भी उसनू एंटी डिफेक्शन लॉ के अंडर डिसक्वालीफाई मन्निया जाऊगा, ठीक है। बट इत्थे तुसी ना एक एक्सैप्शन याद रखनी है। 10th शेड्यूल दे विच उदों की बोलिया गया, इन्हां ने कहा कि ठीक है ये सब कुछ तो चलेगा बट मान लो 2/3 मैंबर ये इकट्ठे होकर किसी पार्टी दे दूसरी पार्टी विच जाना चाहते हैं, ठीक है, तो इन्हां नू डिसक्वालीफाई नहीं किया जाएगा, इनू डिफेक्शन नहीं मन्निया जाना। ओके, बिकॉज इन्ना वड्डा ग्रुप अगर पार्टी नू छड्ड के जा रहा है इट मीन पार्टी की कोई ना कोई गलती होएगी, ठीक है। तो जिहड़े बाकी मैंबरस बच जाएंगे और ओरिजिनल पार्टी नू एज इट इज सर्व करते रहेंगे। ओके, ये तो पहला बोलिया गया सी। बाद दे विच फिर की होया 2003 दे विच एस एंटी डिफेक्शन लॉ दे विच आई अमेंडमेंट एंड उदों बोलिया गया कि हुण 2/3 मैंबर्स की जरूरत नहीं है, अगर 1/3 मैंबर ही ग्रुप दे विच पार्टी नू छोड़ देन तां भी उन्होंने डिफेक्शन नहीं मन्निया जाएगा, ठीक है। बट इनू बहुत ज़्यादा मान्यता बाद विच नहीं मिली। ओके, तो फिर डिसाइड कौन करता है कि परसन ने डिफेक्शन की है या नहीं की?
ਤਾਂ ਇਹ ਹੈਡ ਡਿਸਾਈਡ ਕਰਦੇ ਆ, ਯਾਨੀ ਕਿ ਸਪੀਕਰ ਜਾਂ ਫਿਰ ਚੇਅਰਮੈਨ, ਠੀਕ ਹੈ, ਇਹਨਾਂ ਵੱਲੋਂ ਹੀ ਡਿਸਾਈਡ ਕੀਤਾ ਜਾਂਦਾ ਹੈ। ਬਟ ਅਗਰ ਮੰਨ ਲਓ ਇਹੀ ਬੰਦੇ ਹੀ ਡਿਫੈਕਸ਼ਨ ਕਰ ਦੇਣ, ਫਿਰ ਜਿਹੜਾ ਵੀ ਸਦਨ ਹੋਏਗਾ ਉਸਦੇ ਸਾਰੇ ਮੈਂਬਰਸ ਮਿਲ ਕੇ ਡਿਸਾਈਡ ਕਰਨਗੇ ਕਿ ਇਹ ਡਿਫੈਕਸ਼ਨ ਹੈ ਜਾਂ ਨਹੀਂ ਹੈ। ਓਕੇ, ਕੁਐਸਚਨ ਨੰਬਰ 9, who among the following Indian PMs resigned before facing a vote of no confidence in Lok Sabha? ਲੋਕ ਸਭਾ ਦੇ ਵਿੱਚ ਨੋ ਕੌਨਫੀਡੈਂਸ ਆਉਣ ਤੋਂ ਪਹਿਲਾਂ ਹੀ ਕਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਸੀਗੇ ਜਿਨ੍ਹਾਂ ਨੇ ਰਿਜ਼ਾਈਨ ਕਰ ਦਿੱਤਾ? ਇਹਨਾਂ ਦਾ ਨਾਮ ਹੈ ਚੌਧਰੀ ਚਰਨ ਸਿੰਘ। ਓਕੇ, ਤਾਂ ਦੇਖੋ ਚੌਧਰੀ ਚਰਨ ਸਿੰਘ ਨੇ ਨਾ 28 ਜੁਲਾਈ 1979 ਤੋਂ ਲੈ ਕੇ ਐਂਡ 14 ਜਨਵਰੀ 1980 ਤੱਕ ਕਾਰਭਾਰ ਸੰਭਾਲਿਆ ਸੀ, ਠੀਕ ਹੈ, ਐਜ਼ ਪ੍ਰਾਈਮ ਮਿਨਿਸਟਰ। ਐਂਡ ਜੁਆਇਨ ਕਰਨ ਤੋਂ ਜਸਟ 24 ਡੇਜ਼ ਦੇ ਅੰਦਰ ਅੰਦਰ ਹੀ ਇਹਨਾਂ ਨੂੰ ਰੈਸਿਗਨੇਸ਼ਨ ਦੇਣਾ ਪੈ ਗਿਆ, ਰਾਈਟ। ਔਰ ਫਿਰ ਇਹ ਐਦਾਂ ਦੇ ਪਹਿਲੇ ਪੀਐਮ ਬਣ ਗਏ ਸੀ ਜੋ ਕਦੀ ਵੀ ਪਾਰਲੀਮੈਂਟ ਨੂੰ ਹੀ ਫੇਸ ਨਹੀਂ ਕਰ ਪਾਏ, ਠੀਕ ਹੈ। ਇਹ ਵੀ ਕੁਐਸਚਨ ਇਹਨਾਂ ਬਾਰੇ ਪੁੱਛਿਆ ਜਾਂਦਾ ਹੁੰਦਾ ਆ। ਓਬਵੀਅਸਲੀ ਇਹਨਾਂ ਨੂੰ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਕਿਉਂਕਿ ਉਸ ਟਾਈਮ ਦੇ ਵਿੱਚ ਕੋਈ ਸਦਨ ਹੀ ਨਹੀਂ ਆਇਆ, ਠੀਕ ਹੈ। ਦੈਟ ਇਜ਼ ਵਾਈ 24 ਡੇਜ਼ ਦੇ ਅੰਦਰ ਅੰਦਰ ਇਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ। ਕਾਂਗਰਸ ਪਾਰਟੀ ਨੇ ਕੀ ਕੀਤਾ ਜੀ, ਉਹਨਾਂ ਨੇ ਆਪਣਾ ਸਪੋਰਟ ਗਵਰਨਮੈਂਟ ਤੋਂ ਵਾਪਸ ਲੈ ਲਿਆ ਸੀਗਾ, ਠੀਕ ਹੈ। ਤੇ ਇਹਨਾਂ ਦੇ ਅਗੇਂਸਟ ਇਸ ਤੋਂ ਪਹਿਲਾਂ ਕਿ ਨੋ ਕੌਨਫੀਡੈਂਸ ਮੋਸ਼ਨ ਆਏ, ਇਹਨਾਂ ਨੇ ਉਸ ਤੋਂ ਪਹਿਲਾਂ ਹੀ ਰਿਜ਼ਾਈਨ ਕਰ ਦਿੱਤਾ। ਕੁਐਸਚਨ ਨੰਬਰ 10, ਸ਼ਕਤੀ ਸਥਲ ਇਜ਼ ਰਿਲੇਟਡ ਟੂ ਹੂਮ? ਸ਼ਕਤੀ ਸਥਲ ਕਿਹਨਾਂ ਦੀ ਸਮਾਧੀ ਹੈ? ਇਹ ਸਮਾਧੀ ਹੈ ਇੰਦਰਾ ਗਾਂਧੀ ਜੀ ਦੀ। ਓਕੇ, ਤਾਂ ਇੱਥੇ ਮੈਂ ਤੁਹਾਨੂੰ ਅਗਲੇ ਪੇਜ ਦੇ ਉੱਪਰ ਦਿੱਤੇ ਹੈ ਸਾਰੇ ਦੇ ਸਾਰੇ ਸਮਾਧੀ ਸਥਲ ਜੋ ਕਿ ਅਕਸਰ ਪੇਪਰਾਂ ਵਿੱਚ ਪੁੱਛੇ ਗਏ ਹੈ। ਮਹਾਤਮਾ ਗਾਂਧੀ ਜੀ ਦੀ ਸਮਾਧੀ ਦਾ ਨਾਮ ਹੈ ਰਾਜਘਾਟ। ਜਵਾਹਰ ਲਾਲ ਨਹਿਰੂ ਦੀ ਹੋ ਜਾਏਗੀ ਸ਼ਾਂਤੀ ਵਨ, ਠੀਕ ਹੈ। ਲਾਲ ਬਹਾਦੁਰ ਸ਼ਾਸਤਰੀ ਦੀ ਵਿਜੇ ਘਾਟ, ਜਗਜੀਵਨ ਰਾਮ ਦੀ ਸਮਤਾ ਸਥਲ, ਚਰਨ ਸਿੰਘ ਦੀ ਕਿਸਾਨ ਘਾਟ, ਰਾਜੀਵ ਗਾਂਧੀ ਦੀ ਵੀਰ ਭੂਮੀ, ਜ਼ੈਲ ਸਿੰਘ ਦੀ ਏਕਤਾ ਸਥਲ, ਸ਼ੰਕਰ ਦਇਆਲ ਸ਼ਰਮਾ ਦੀ ਸਮਾਧੀ ਹੈ ਕਰਮ ਭੂਮੀ, ਦੇਵੀ ਲਾਲ ਦੀ ਹੈ ਸੰਘਰਸ਼ ਸਥਲ, ਕੇ ਆਰ ਨਾਰਾਇਣ ਦੀ ਸਮਾਧੀ ਹੋ ਜਾਏਗੀ ਉदय ਭੂਮੀ, ਚੰद्रशेखर ਦੀ ਜਨ ਨਾयक स्थल। ओके, देन इंद्र कुमार गुजराल स्मृति स्थल, अटल बिहारी वाजपेयी सदैव अटल। ओके, ये सारिया ही समाधियां दे नाम तुहानू याद रहने चाहिए, वेरी इंपॉर्टेंट। क्वेश्चन नंबर 11, it was withdrawal of support by Congress which was responsible for the resignation of। ਤਾਂ ਕਾਂਗਰਸ ਨੇ ਜਦੋਂ ਆਪਣਾ ਸਪੋਰਟ ਵਾਪਸ ਲਿਆ ਤਾਂ ਇਸ ਦੇ ਨਾਲ ਚਰਨ ਸਿੰਘ, ਚੰद्रशेखर, HD ਦੇਵੇਗੌੜਾ ਸਾਰਿਆਂ ਦਾ ਹੀ ਰਿਜ਼ਾਈਨ ਦਾ ਕਾਰਨ ਕਾਂਗਰਸ ਦਾ ਹੀ ਸਪੋਰਟ ਵਿੱਚ ਬੈਕਅਪ ਕਰਨਾ ਸੀਗਾ। ਓਕੇ, ਰਾਈਟ। ਕੁਐਸਚਨ ਨੰਬਰ 12, which one of the following PM never faced the parliament during his tenure? ਮੈਂ ਤੁਹਾਨੂੰ ਜਸਟ ਹੁਣੇ ਹੀ ਦੱਸਿਆ ਇੱਕ ਦੋ ਕੁਐਸਚਨ ਪਹਿਲਾਂ ਹੀ ਕਿ ਜੋ ਚੌਧਰੀ ਚਰਨ ਸਿੰਘ ਹੈ ਇਹ ਬਹੁਤ ਜਲਦੀ ਹੀ ਰਿਜ਼ਾਈਨ ਕਰ ਗਏ ਸੀਗੇ ਐਜ਼ PM ਆਪਣੀ ਪੋਸਟ ਤੋਂ। ਦੈਟ ਇਜ਼ ਵਾਈ ਇਹ ਐਦਾਂ ਦੇ PM ਬਣੇ ਜਿਨ੍ਹਾਂ ਨੇ ਕਦੀ ਵੀ ਪਾਰਲੀਮੈਂਟ ਨੂੰ ਫੇਸ ਹੀ ਨਹੀਂ ਕੀਤਾ। ਓਕੇ, ਕੁਐਸਚਨ ਨੰਬਰ 13, ਦ ਆਫਿਸ ਆਫ ਦ ਡਿਪਟੀ PM। ਹੁਣ ਇੱਥੇ ਪੁੱਛਿਆ ਗਿਆ ਹੈ ਕਿ ਡਿਪਟੀ PM ਦਾ ਜੋ ਆਫਿਸ ਹੈ ਇਸ ਨੂੰ ਕਿਸ ਤਰ੍ਹਾਂ ਕ੍ਰੀਏਟ ਕੀਤਾ ਗਿਆ ਸੀ? ਤਾਂ ਇਸ ਨੂੰ ਐਕਸਟਰਾ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਕ੍ਰੀਏਟ ਕੀਤਾ ਗਿਆ। ਓਕੇ, ਇੱਥੇ ਅਸੀਂ ਗੱਲ ਕਰ ਲੈਂਦੇ ਹਾਂ ਡਿਪਟੀ ਪ੍ਰਾਈਮ ਮਿਨਿਸਟਰ ਦੇ ਆਫਿਸ ਦੀ, ਠੀਕ ਹੈ। ਤਾਂ ਇਹ ਨਾ ਇੰਡੀਆ ਦੇ ਵਿੱਚ ਸੈਕਿੰਡ ਹਾਈਐਸਟ ਰੈਂਕਿੰਗ ਮਿਨਿਸਟਰ ਹੁੰਦੇ, ਰਾਈਟ। ਐਂਡ ਯੂਨੀਅਨ ਕਾਉਂਸਿਲ ਆਫ ਮਿਨਿਸਟਰ ਦੇ ਇਹ ਸੀਨੀਅਰ ਮੈਂਬਰਸ ਦੇ ਵਿੱਚੋਂ ਚੂਜ਼ ਕੀਤੇ ਜਾਂਦੇ ਸੀਗੇ। ਅਗਰ ਮੰਨ ਲਓ ਪ੍ਰਾਈਮ ਮਿਨਿਸਟਰ ਐਬਸੈਂਟ ਹੈ ਤਾਂ ਬੋਲਦੇ ਆ ਕਿ ਡਿਪਟੀ ਪ੍ਰਾਈਮ ਮਿਨਿਸਟਰ ਇਹਨਾਂ ਦਾ ਸਾਰਾ ਕੰਮ ਦੇਖਦੇ ਸੀ। ਐਂਡ ਇੰਡੀਆ ਦੇ ਪਹਿਲੇ ਡਿਪਟੀ ਪ੍ਰਾਈਮ ਮਿਨਿਸਟਰ ਅਕਸਰ ਹੀ ਪੁੱਛੇ ਜਾਂਦੇ ਆ, ਉਹਨਾਂ ਦਾ ਨਾਮ ਰਹੇਗਾ ਸਰਦਾਰ ਵੱਲਭ ਭਾਈ ਪਟੇਲ। ਓਕੇ, ਦੇਖੋ ਐਟ ਦੈਟ ਟਾਈਮ ਕੀ ਹੋਇਆ ਸੀ 1947 ਦੇ ਵਿੱਚ ਜਦੋਂ ਇੰਡੀਆ ਆਜ਼ਾਦ ਹੋਇਆ ਤਾਂ ਵੱਲਭ ਭਾਈ ਪਟੇਲ ਐਂਡ ਜਵਾਹਰ ਲਾਲ ਨਹਿਰੂ ਇਹ ਦੋਨੋਂ ਹੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀਗੇ ਪਰਸਨ ਪੋਲੀਟੀਕਲ ਸਿਨੈਰੀਓ ਦੇ ਵਿੱਚ, ਰਾਈਟ। ਤਾਂ ਉੱਥੇ ਸਮਝ ਨਹੀਂ ਆ ਰਹੀ ਸੀ ਫਿਰ ਪ੍ਰਾਈਮ ਮਿਨਿਸਟਰ ਕਿਹਨਾਂ ਨੂੰ ਬਣਾਉਣਾ ਔਰ ਕਿਹਨਾਂ ਨੂੰ ਨਹੀਂ। ਤਾਂ ਜਵਾਹਰ ਲਾਲ ਨਹਿਰੂ ਜਦੋਂ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਤਾਂ ਸਾਰੇ ਜਣੇ ਇਹ ਧਿਆਨ 'ਚ ਰੱਖ ਰਹੇ ਸੀ ਕਿ ਵੱਲਭ ਭਾਈ ਪਟੇਲ ਨੂੰ ਬੁਰਾ ਨਹੀਂ ਲੱਗਣਾ ਚਾਹੀਦਾ, ਠੀਕ ਹੈ। ਤਾਂ ਇਸ ਲਈ ਇਹਨਾਂ ਨੂੰ ਫਿਰ ਅੱਛੀ ਪੋਸਟ ਦੇਣ ਦੇ ਲਈ ਉਸ ਟਾਈਮ ਡਿਪਟੀ PM ਦੀ ਪੋਸਟ ਨੂੰ ਕ੍ਰੀਏਟ ਕੀਤਾ ਗਿਆ ਸੀ, ਰਾਈਟ। ਤਾਂ ਇਦਾਂ ਇਹ ਫਸਟ ਡਿਪਟੀ PM ਬਣੇ ਸੀ ਇੰਡੀਆ ਦੇ। ਓਕੇ, ਇਹਨਾਂ ਨੂੰ 15 ਅਗਸਤ 1947 ਦੇ ਵਿੱਚ ਅਪਾਇੰਟ ਕੀਤਾ ਗਿਆ ਐਂਡ 1950 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ। ਉਦੋਂ ਤੱਕ ਇਹ ਐਜ਼ ਡਿਪਟੀ ਪ੍ਰਾਈਮ ਮਿਨਿਸਟਰ ਸਰਵ ਕਰਦੇ ਰਹੇ, ਠੀਕ ਹੈ। ਤੇ ਨਾਲ ਹੀ ਪਟੇਲ ਇੰਡੀਆ ਦੇ ਵਿੱਚ ਸਭ ਤੋਂ ਲੌਂਗ ਟੈਨਿਓਰ ਦੇ ਲਈ ਸਰਵ ਕਰਨ ਵਾਲੇ ਵੀ ਡਿਪਟੀ PM ਬਣੇ ਸੀਗੇ। ਇਸ ਤੋਂ ਬਾਅਦ 1967 ਤੱਕ ਫਿਰ ਇਹ ਪੋਸਟ ਵੇਕੈਂਟ ਰਹੀ, ਠੀਕ ਹੈ। ਐਂਡ 67 ਦੇ ਵਿੱਚ ਜਾ ਕੇ ਮੋਰਾਰਜੀ ਦੇਸਾਈ ਨੇ ਐਜ਼ ਡਿਪਟੀ PM ਕਾਰਭਾਰ ਸੰਭਾਲਿਆ, ਠੀਕ ਹੈ।
ਤੇ ਮੁਰਾਰਜੀ ਦੇਸਾਈ ਐਂਡ ਚੌਧਰੀ ਚਰਨ ਸਿੰਘ ਇਹ ਉਹ ਵਾਲੇ ਡਿਪਟੀ ਪੀਐਮ ਬਣੇ ਜੋ ਬਾਅਦ ਦੇ ਵਿੱਚ ਜਾ ਕੇ ਪੀਐਮ ਵੀ ਬਣੇ ਹੈ। ਸਾਰੇ ਫੈਕਟਸ ਨੋਟ ਕਰਦੇ ਜਾਣਾ, ਠੀਕ ਹੈ। ਔਰ ਇੰਡੀਆ ਦੇ ਵਿੱਚ ਟੋਟਲ 7 ਡਿਪਟੀ ਪੀਐਮ ਰਹੇ ਨੇ। ਤੇ ਅਗਰ ਤੁਸੀਂ ਲਾਸਟ ਦੇਖੋਗੇ ਤਾਂ ਮਿਸਟਰ ਲਾਲ ਕ੍ਰਿਸ਼ਨ ਆਡਵਾਨੀ ਇਹ 7th ਐਂਡ ਲਾਸਟ ਡਿਪਟੀ ਪੀਐਮ ਸੀ, ਰਾਈਟ। ਔਰ 23rd of May 2004 ਤੋਂ ਇਹ ਵਾਲੀ ਪੋਸਟ ਅੱਜ ਵੇਕੈਂਟ ਪਈ ਹੋਈ ਹੈ। ਐਟ ਦਾ ਮਤਲਬ ਕਰੰਟ ਗਵਰਨਮੈਂਟ ਦੇ ਵਿੱਚ ਕੋਈ ਵੀ ਡਿਪਟੀ ਪ੍ਰਾਈਮ ਮਿਨਿਸਟਰ ਨਹੀਂ ਹੈਗੇ, ਓਕੇ। Question number 14. Who exercises the actual executive power under the parliamentary form of government? ਤਾਂ parliamentary form of government ਦੇ ਵਿੱਚ actual powers ਕਿਹਦੇ ਕੋਲ ਹੁੰਦੀਆਂ? ਇਹ ਅਸੀਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ। ਸਾਰੀਆਂ ਦੀਆਂ ਸਾਰੀਆਂ ਪਾਵਰਸ ਪ੍ਰਾਈਮ ਮਿਨਿਸਟਰ ਕੋਲ ਹੁੰਦੀਆਂ ਆ, ਯਾਨੀ ਕਿ ਡੀ ਫੈਕਟੋ ਜੋ ਹੁੰਦੇ ਨੇ ਹੈਡ ਇਹ ਹੁੰਦੇ ਆ ਪ੍ਰਾਈਮ ਮਿਨਿਸਟਰ, ਐਂਡ ਡੀ ਜਿਓਰੇ ਰਹਿ ਜਾਣਗੇ ਫਿਰ ਪ੍ਰੈਸੀਡੈਂਟ, ਰਾਈਟ। ਯਾਨੀ ਕਿ ਪ੍ਰੈਸੀਡੈਂਟ ਦੇ ਕੋਲ ਸਿਰਫ ਨਾਮ ਦੀਆਂ ਪਾਵਰਸ ਹੈ, ਬਾਕੀ ਸਾਰਾ ਕੁਝ ਪ੍ਰਾਈਮ ਮਿਨਿਸਟਰ ਹੀ ਡਿਸਾਈਡ ਕਰਦੇ ਨੇ। Question number 15. The union ministers hold office during the pleasure of. ਤਾਂ ਜਿੰਨੇ ਵੀ ਯੂਨੀਅਨ ਦੇ ਵਿੱਚ ਮਿਨਿਸਟਰ ਹੁੰਦੇ ਨੇ ਉਹ ਕਿੰਦੀ ਖੁਸ਼ੀ ਤੱਕ ਆਪਣਾ ਆਫਿਸ ਸੰਭਾਲ ਕੇ ਰੱਖਦੇ ਆ, ਤਾਂ ਇਸ ਦਾ ਆਨਸਰ ਵੀ ਪ੍ਰੈਸੀਡੈਂਟ ਹੀ ਹੋਏਗਾ, ਠੀਕ ਹੈ। ਔਰ ਇਹ ਆਰਟੀਕਲ 75 ਦੇ ਪਾਰਟ 2 ਦੇ ਵਿੱਚ ਦੱਸਿਆ ਗਿਆ ਆ। ਸਾਰੇ ਮਿਨਿਸਟਰ ਜੋ ਹੁੰਦੇ ਆ ਇਹ ਨੋ ਡਾਊਟ ਇਹਨਾਂ ਨੂੰ ਜੋ ਇਲੈਕਟ ਕਰਨ ਦੇ ਲਈ ਪ੍ਰਾਈਮ ਮਿਨਿਸਟਰ ਐਡਵਾਈਸ ਕਰਦੇ ਆ, ਓਕੇ। ਬਟ ਅਪਾਇੰਟ ਤਾਂ ਪ੍ਰੈਸੀਡੈਂਟ ਹੀ ਕਰਦੇ ਨੇ। ਹਰ ਇੱਕ ਮਿਨਿਸਟਰਸ ਦੀਆਂ ਨਾ 2 ਟਾਈਪਸ ਦੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ, ਠੀਕ ਹੈ। ਉਹ ਕਲੈਕਟਿਵਲੀ ਵੀ ਰਿਸਪੌਂਸਿਬਲ ਹੁੰਦੇ ਆ ਔਰ ਇੰਡੀਵਿਜੂਅਲੀ ਵੀ। ਕਲੈਕਟਿਵਲੀ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਔਰ ਐਗਜ਼ਾਮ ਦੇ ਵਿੱਚ ਵੀ ਪੁੱਛਿਆ ਜਾਂਦਾ ਹੈ, ਲੋਕ ਸਭਾ ਨੂੰ ਇਹ ਕਲੈਕਟਿਵਲੀ ਰਿਸਪੌਂਸਿਬਲ ਹੁੰਦੇ ਆ, ਠੀਕ ਹੈ। ਬਟ ਅਗਰ ਤੁਸੀਂ ਇੰਡੀਵਿਜੂਅਲੀ ਦੇਖੋਗੇ ਤਾਂ ਇਹ ਦੇਸ਼ ਦੇ ਪ੍ਰੈਸੀਡੈਂਟ ਨੂੰ ਇੰਡੀਵਿਜੂਅਲੀ ਰਿਸਪੌਂਸਿਬਲ ਹੋਣਗੇ, ਠੀਕ ਹੈ। ਤੇ ਪੀਐਮ ਜਦੋਂ ਚਾਹੇ ਉਹ ਕਿਸੇ ਵੀ ਮਿਨਿਸਟਰ ਦੇ ਕੋਲੋਂ ਉਸਦਾ ਰੈਸਿਗਨੇਸ਼ਨ ਮੰਨ ਸਕਦਾ ਆ, ਓਕੇ। ਔਰ ਮੰਨ ਲਓ ਉਹ ਵਾਲਾ ਮਿਨਿਸਟਰ ਰਿਜ਼ਾਈਨ ਕਰਨ ਤੋਂ ਮਨਾ ਕਰਦਾ ਹੈ ਤਾਂ ਫਿਰ ਪ੍ਰਾਈਮ ਮਿਨਿਸਟਰ ਪ੍ਰੈਸੀਡੈਂਟ ਨੂੰ ਐਡਵਾਈਸ ਕਰ ਸਕਦੇ ਹੈ ਕਿ ਉਹ ਉਸ ਪਾਰਟਿਕੂਲਰ ਮਿਨਿਸਟਰ ਨੂੰ ਡਿਸਮਿਸ ਕਰ ਦੇਣ, ਓਕੇ। ਤੇ ਜੇਕਰ ਮੰਨ ਲਓ ਪ੍ਰਾਈਮ ਮਿਨਿਸਟਰ ਕੌਨਫੀਡੈਂਸ ਗਵਾ ਦੇਣ, ਯਾਨੀ ਕਿ ਨੋ ਕੌਨਫੀਡੈਂਸ ਮੋਸ਼ਨ ਦੇ ਵਿੱਚ ਹਾਰ ਜਾਣ, ਤਾਂ ਫਿਰ ਇਹ ਵਾਲੀ ਡਿਸਮਿਸਲ ਵੀ ਕੌਣ ਕਰੇਗਾ ਜੀ? ਪ੍ਰੈਸੀਡੈਂਟ ਦੇ ਵੱਲੋਂ ਹੀ ਕੀਤੀ ਜਾਂਦੀ ਹੈ, ਰਾਈਟ। ਕੁਐਸਚਨ ਨੰਬਰ 16. Who was the first deputy PM of India? ਹੁਣੇ ਹੀ ਅਸੀਂ ਇਹਨਾਂ ਦਾ ਨਾਮ ਦੇਖਿਆ, he was ਸਰਦਾਰ ਵੱਲਭ ਭਾਈ ਪਟੇਲ, ਓਕੇ। 17th question. Consider the following statements. ਇਸ ਦੇ ਵਿੱਚੋਂ ਪਹਿਲੀ ਔਰ ਤੀਸਰੀ ਸਟੇਟਮੈਂਟ ਸਹੀ ਰਹੇਗੀ, ਯਾਨੀ ਕਿ ਜਵਾਹਰ ਲਾਲ ਨਹਿਰੂ ਜੀ ਦੀ ਜਦੋਂ ਡੈਥ ਹੋਈ ਹੈ ਤਾਂ ਉਹ ਚੌਥੀ ਟਰਮ ਦੇ ਵਿੱਚ ਐਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ ਸਰਵ ਕਰ ਰਹੇ ਸੀਗੇ, ਐਂਡ ਪਹਿਲੇ ਨੌਨ ਕਾਂਗਰਸ ਪ੍ਰਾਈਮ ਮਿਨਿਸਟਰ ਜਿਹੜੇ ਇੰਡੀਆ ਦੇ ਵਿੱਚ ਬਣੇ ਜਿਨ੍ਹਾਂ ਨੇ ਕੀ ਕਾਰਭਾਰ ਸੰਭਾਲਿਆ, ਬਟ ਉਹ ਕਾਂਗਰਸ ਪਾਰਟੀ ਤੋਂ ਨਹੀਂ ਹੈ, ਠੀਕ ਹੈ। ਇਹ ਨੌਨ ਕਾਂਗਰਸ ਯਾਦ ਰੱਖਣਾ, ਇਹ 1977 ਦੇ ਵਿੱਚ ਆਏ ਸੀਗੇ, ਠੀਕ ਹੈ। ਅਸੀਂ ਹੁਣੇ ਕੀ ਕੀਤਾ ਸੀਗਾ ਕਿ ਇੰਦਰਾ ਗਾਂਧੀ ਦੀ ਗਵਰਨਮੈਂਟ ਦੇ ਟਾਈਮ ਦੇ ਵਿੱਚ ਕੀ ਹੋਇਆ ਸੀਗਾ, 75 ਦੇ ਕਰੀਬ ਐਮਰਜੈਂਸੀ ਲੱਗੀ ਸੀ, ਠੀਕ ਹੈ। ਔਰ ਦੇਖੋ 77 ਦੇ ਵਿੱਚ ਜਾ ਕੇ ਕੀ ਹੋਇਆ ਜੀ, ਐਸ ਐਮਰਜੈਂਸੀ ਦੇ ਲਈ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਆ ਗਈਆਂ। ਪਹਿਲਾਂ ਵੀ ਇਹ ਲਗਾਤਾਰ ਵਿਰੋਧ ਕਰ ਰਹੇ ਸੀਗੇ, ਠੀਕ ਹੈ। ਤੇ ਫਿਰ ਇਹਨਾਂ ਪਾਰਟੀਆਂ ਨੇ ਮਿਲ ਕੇ ਜਨਤਾ ਪਾਰਟੀ ਦੇ ਅੰਡਰ ਕਾਂਗਰਸ ਦੇ ਅਗੇਂਸਟ ਜੋ ਹੈ ਨਾ ਰਿਵੋਲਟ ਕੀਤਾ ਇੱਕ ਤਰ੍ਹਾਂ, ਠੀਕ ਹੈ, ਯਾਨੀ ਕਿ ਉਹਨਾਂ ਦਾ ਵਿਰੋਧ ਕਰਨਾ ਸਟਾਰਟ ਕੀਤਾ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ, 1977 ਦੇ ਵਿੱਚ ਜਨਤਾ ਪਾਰਟੀ ਇਲੈਕਸ਼ਨ ਜਿੱਤ ਗਈ ਤੇ ਉਦੋਂ ਫਿਰ ਮੁਰਾਰਜੀ ਦੇਸਾਈ ਜੋ ਹੈ ਇਹਨਾਂ ਨੂੰ ਐਜ਼ ਪ੍ਰਾਈਮ ਮਿਨਿਸਟਰ ਅਪਾਇੰਟ ਕਰ ਦਿੱਤਾ ਗਿਆ ਔਰ ਫਿਰ ਇਹ ਪਹਿਲੇ ਨੌਨ ਕਾਂਗਰਸ ਪੀਐਮ ਬਣੇ ਸੀ ਇੰਡੀਆ ਦੇ, ਓਕੇ। ਕੁਐਸਚਨ ਨੰਬਰ 18. ਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਐਟ ਦ ਟਾਈਮ ਆਫ ਹਿਸ ਔਰ ਹਰ ਅਪਾਇੰਟਮੈਂਟ। ਤਾਂ ਇੱਥੇ ਪੁੱਛਿਆ ਜਾ ਰਿਹਾ ਆ ਕਿ ਜਦੋਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੀ ਅਪਾਇੰਟਮੈਂਟ ਹੁੰਦੀ ਹੈ ਉਸ ਟਾਈਮ ਤੇ ਕਿਹੜਾ ਕਥਨ ਸਹੀ ਹੈ? ਤਾਂ ਇਹ ਹੋ ਜਾਏਗਾ, ਨੀਡ ਨੋਟ ਨੈਸੈਸਰਲੀ ਬੀ ਅ ਮੈਂਬਰ ਆਫ ਵਨ ਆਫ ਦ ਹਾਊਸਿਸ ਆਫ ਦ ਪਾਰਲੀਮੈਂਟ, ਯਾਨੀ ਕਿ ਜ਼ਰੂਰੀ ਨਹੀਂ ਹੈ ਕਿ ਉਹ ਲੋਕ ਸਭਾ ਜਾਂ ਫਿਰ ਰਾਜ ਸਭਾ ਦੇ ਮੈਂਬਰ ਹੋਣ ਹੀ ਹੋਣ, ਇਹ ਜ਼ਰੂਰੀ ਨਹੀਂ ਹੈ, ਠੀਕ ਹੈ। ਬਟ ਇੱਥੇ ਇੱਕ ਸ਼ਰਤ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਕਿਸੇ ਵੀ ਸਦਨ ਦੇ ਵਿੱਚ ਮੈਂਬਰ ਹੋਣਾ ਜ਼ਰੂਰੀ ਹੋਏਗਾ, ਠੀਕ ਹੈ। ਅਗਰ 6 ਮਹੀਨੇ ਦੇ ਵਿੱਚ ਇਹ ਕਿਸੇ ਵੀ ਸਦਨ ਦੇ ਵਿੱਚ ਨਾ ਚੁਣੇ ਜਾਣ ਤਾਂ ਫਿਰ ਉਹਨਾਂ ਨੂੰ ਐਜ਼ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰਨਾ ਪੈਂਦਾ ਹੈ, ਠੀਕ ਹੈ। ਔਰ ਪ੍ਰਾਈਮ ਮਿਨਿਸਟਰ ਦੇ ਲਈ ਮਿਨੀਮਮ ਏਜ ਹੈਗੀ ਹੈ 25 ਸਾਲ, ਓਕੇ। ਬਟ ਅਗਰ ਤੁਹਾਡੇ ਕੋਲੋਂ ਮੈਕਸਿਮਮ ਏਜ ਪੁੱਛੀ ਜਾਏ ਤਾਂ ਇਹ ਕੋਈ ਵੀ ਮੈਂਸ਼ਨ ਨਹੀਂ ਹੈ, ਆਲਰਾਈਟ, ਓਕੇ। ਨੈਕਸਟ ਕੁਐਸਚਨ ਦੇਖੋ, ਹੂ ਵਾਜ਼ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਐਟ ਦ ਟਾਈਮ ਆਫ 1991 ਰਿਫਾਰਮਸ। 1991 ਦੇ ਵਿੱਚ ਇੰਡੀਆ ਦੇ ਵਿੱਚ ਕੁਝ ਰਿਫਾਰਮਸ ਆਏ ਸੀ, ਉਸ ਟਾਈਮ ਤੇ ਪੁੱਛਿਆ ਗਿਆ ਪ੍ਰਾਈਮ ਮਿਨਿਸਟਰ ਕੌਣ ਸੀਗੇ? ਇਹ ਹੋ ਜਾਣਗੇ ਮਿਸਟਰ PV ਨਰਸਿਮਹਾ ਰਾਓ, ਠੀਕ ਹੈ। ਹੋਇਆ ਕੀ ਸੀ,
1991 ਦੇ ਵਿੱਚ ਇੰਡੀਆ ਦੇ ਵਿੱਚ ਨਾ ਇਕਨੋਮਿਕ ਰਿਫਾਰਮਸ ਆਏ ਸੀ, ਰਾਈਟ। ਇਹਨਾਂ ਨੂੰ ਬੋਲਿਆ ਜਾਂਦਾ ਆ LPG ਰਿਫਾਰਮਸ, ਓਕੇ। LPG ਸਟੈਂਡਸ ਫॉर ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਠੀਕ ਹੈ। ਔਰ ਦੇਖੋ ਇਸ ਟਾਈਮ ਤੇ ਨਰਸਿਮਹਾ ਰਾਓ ਦੀ ਸਰਕਾਰ ਸੀਗੀ ਤੇ ਫਾਈਨਾਂਸ ਮਿਨਿਸਟਰ ਹੁੰਦੇ ਸੀਗੇ ਸਰਦਾਰ ਮਨਮੋਹਨ ਸਿੰਘ ਜੀ, ਠੀਕ ਹੈ। ਇਸ ਟਾਈਮ ਦੇ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਮੇਜਰ ਲੈਵਲ ਦੇ ਉੱਪਰ ਫਾਈਨੈਂਸ਼ੀਅਲ ਕ੍ਰਾਈਸਿਸ ਆਏ ਹੋਏ ਸੀ, ਸਾਡੇ ਦੇਸ਼ ਦੇ ਉੱਪਰ ਬਹੁਤ ਹੀ ਜ਼ਿਆਦਾ ਕਰਜ਼ਾ ਸੀ, ਠੀਕ ਹੈ। ਔਰ ਅਗਰ ਇੰਡੀਅਨ ਇਕਨੋਮੀ ਨੂੰ ਪੈਸਾ ਨਾ ਮਿਲਦਾ ਤਾਂ ਇਹਨੇ ਡੁੱਬ ਜਾਣਾ ਸੀ। ਇਸ ਲਈ ਅਸੀਂ ਕੁਝ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਕੋਲੋਂ ਗਏ ਲੈਂਡਿੰਗ ਕਰਨ ਦੇ ਲਈ, ਓਕੇ। ਔਰ ਇਹਨਾਂ ਨੇ ਸਾਨੂੰ ਲੋਨ ਤਾਂ ਦੇ ਹੀ ਦਿੱਤਾ, ਬਟ ਨਾਲ ਹੀ ਉਹਨਾਂ ਨੇ ਬੋਲਿਆ ਕਿ ਤੁਹਾਨੂੰ ਇੰਡੀਅਨ ਇਕਨੋਮੀ ਨੂੰ ਪੂਰੇ ਵਰਲਡ ਦੇ ਲਈ ਓਪਨ ਕਰਨਾ ਪਏਗਾ ਐਂਡ ਪ੍ਰਾਈਵੇਟ ਫਰਮਸ ਨੂੰ ਵੀ ਵਿੱਚ ਲੈ ਕੇ ਆਉਣਾ ਪਏਗਾ, ਠੀਕ ਹੈ। ਅਗਰ ਤੁਸੀਂ LPG ਰਿਫਾਰਮਸ ਦੇ ਬਾਰੇ ਵਿੱਚ ਡਿਟੇਲ ਵਿੱਚ ਦੇਖਣਾ ਆ ਤਾਂ ਮੈਂ ਤੁਹਾਨੂੰ ਨਾ ਇਕਨੋਮਿਕਸ ਦੇ ਲੈਕਚਰ ਦਿੱਤੇ ਹੋਏ ਆ, ਠੀਕ ਹੈ, ਇੰਡੀਅਨ ਇਕਨੋਮੀ ਦੇ, ਤੇ ਉਹਨਾਂ ਨੂੰ ਤੁਸੀਂ ਜਾ ਕੇ ਚੈੱਕ ਆਊਟ ਕਰ ਲੈਣਾ। ਪਲੇਲਿਸਟ ਦੇ ਵਿੱਚ ਤੁਹਾਨੂੰ ਇਕਨੋਮੀ ਦੇ ਲੈਕਚਰ ਮਿਲ ਜਾਣਗੇ, ਓਕੇ। ਉੱਥੇ ਅਸੀਂ LPG ਨੂੰ ਬਹੁਤ ਜ਼ਿਆਦਾ ਡਿਟੇਲ 'ਚ ਕਵਰ ਕੀਤਾ ਹੋਇਆ ਆ, ਠੀਕ ਹੈ। ਤੇ ਉਸ ਟਾਈਮ ਫਿਰ ਅਸੀਂ ਇੰਡੀਅਨ ਇਕਨੋਮੀ ਨੂੰ ਪੂਰੇ ਵਰਲਡ ਦੇ ਲਈ ਵੀ ਖੋਲ੍ਹਿਆ ਸੀ ਔਰ ਪ੍ਰਾਈਵੇਟਾਈਜੇਸ਼ਨ ਵੀ ਕਾਫੀ ਜ਼ਿਆਦਾ ਕੀਤੀ ਸੀ, ਠੀਕ ਹੈ। ਤੇ ਇਸ ਦੇ ਟਾਈਮ ਦੇ ਉੱਪਰ ਫਿਰ ਪ੍ਰਾਈਮ ਮਿਨਿਸਟਰ ਕੌਣ ਸੀਗੇ? ਮਿਸਟਰ PV ਨਰਸਿਮਹਾ ਰਾਓ। Question number 20. Who was the first prime minister to resign from office? ਪਹਿਲੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਕੀ ਰਿਜ਼ਾਈਨ ਕੀਤਾ, ਇਹ ਅਸੀਂ ਕਾਫੀ ਵਾਰ ਡਿਸਕਸ ਕੀਤਾ ਆ, ਹੈ ਨਾ, ਅੱਜ ਹੀ ਮੋਰਾਰਜੀ ਦੇਸਾਈ ਵਾਸ दैट, ਓਕੇ। 21st ਕੁਐਸਚਨ, ਕਿਹਨਾਂ ਨੇ ਬੋਲਿਆ ਕਿ ਅਗਰ ਕਿਸੇ ਵੀ ਫੰਕਸ਼ਨਰੀ ਨੂੰ ਸਾਡੇ ਕਨਸਟੀਟਿਊਸ਼ਨ ਦੇ ਅੰਡਰ US ਪ੍ਰੈਜ਼ੀਡੈਂਟ ਦੇ ਨਾਲ ਕੰਪੇਅਰ ਕਰਨਾ ਹੋਵੇ, ਠੀਕ ਹੈ, ਤਾਂ ਉਹ ਪ੍ਰਾਈਮ ਮਿਨਿਸਟਰ ਹੋਣਗੇ, ਨਾ ਕਿ ਸਾਡੇ ਯੂਨੀਅਨ ਦੇ ਪ੍ਰੈਜ਼ੀਡੈਂਟ, ਠੀਕ ਹੈ। ਤਾਂ ਇਹ ਜਿਹੜੇ ਵਰਡਸ ਹੈ ਇਹ ਬੋਲੇ ਸੀ ਡਾਕਟਰ BR ਅੰਬੇਦਕਰ ਜੀ ਨੇ, ਠੀਕ ਹੈ। ਦੇਖੋ ਇਹ BR ਅੰਬੇਦਕਰ ਜੀ ਨੇ ਗੱਲ ਕਹੀ ਸੀਗੀ, ਠੀਕ ਹੈ। ਕਿਉਂ ਕਹੀ? ਤੁਸੀਂ ਅਗਰ US ਐਂਡ ਇੰਡੀਆ ਦੋਨਾਂ ਦੇ ਸਿਨੈਰੀਓ ਨੂੰ ਦੇਖੋਗੇ ਤਾਂ US ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਆ, ਰਾਈਟ, ਉਹ ਹੁੰਦੇ ਆ ਦੇਸ਼ ਦੇ ਹੈੱਡ, ਹੈ ਨਾ, ਸਾਰੇ ਦੇ ਸਾਰੇ ਫੈਸਲੇ ਉਹ ਲੈਂਦੇ ਆ, ਐਕਚੁਅਲ ਪਾਵਰਸ ਉਹਨਾਂ ਦੇ ਕੋਲ ਹੁੰਦੀਆਂ ਆ। ਬਟ ਸਾਡੇ ਪ੍ਰੈਜ਼ੀਡੈਂਟ ਦੇ ਕੋਲ ਤਾਂ ਐਕਚੁਅਲ ਪਾਵਰਸ ਕੋਈ ਹੁੰਦੀਆਂ ਹੀ ਨਹੀਂ, ਹੈ ਨਾ। ਤਾਂ ਇਸ ਲਈ ਸਾਡੇ ਇੱਥੇ ਐਕਚੁਅਲ ਪਾਵਰਸ ਕਿਹਨਾਂ ਕੋਲ ਹੈ? PM ਦੇ ਹੱਥ ਵਿੱਚ ਹੁੰਦੀਆਂ ਨੇ, ਰਾਈਟ। ਤਾਂ ਇਸ ਦਾ ਮਤਲਬ US ਦੇ ਵਿੱਚ ਐਕਚੁਅਲ ਐਂਡ ਪਾਵਰਫੁਲ ਹੈਡ ਪ੍ਰੈਜ਼ੀਡੈਂਟ ਹੈ ਔਰ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਹੈ। ਇਸ ਲਈ ਉਹਨਾਂ ਨੇ ਬੋਲਿਆ ਕਿ US ਦੇ ਪ੍ਰੈਜ਼ੀਡੈਂਟ ਨੂੰ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਕੰਪੇਅਰ ਕਰ ਸਕਦੇ ਆ, ਨਾ ਕਿ ਪ੍ਰਾਈਮ ਮਿਨਿਸਟਰ ਨੂੰ, ਠੀਕ ਹੈ, ਨਾ ਕਿ ਪ੍ਰੈਜ਼ੀਡੈਂਟ ਨਾਲ, ਓਕੇ। Question number 22. According to our constitution, proposal of legislation are to be communicated to the president by whom? ਜਿੰਨੇ ਵੀ ਸਾਡੇ ਲੈਜਿਸਲੇਸ਼ਨ ਦੇ ਵਿੱਚ ਨਾ ਪ੍ਰਪੋਜ਼ਲ ਲਏ ਜਾਂਦੇ ਆ, ਫੈਸਲੇ ਲਏ ਜਾਂਦੇ ਆ, ਉਹਨਾਂ ਨੂੰ ਪ੍ਰੈਜ਼ੀਡੈਂਟ ਨੂੰ ਕੌਣ ਦੱਸੇਗਾ, ਠੀਕ ਹੈ। ਤਾਂ ਇਹ ਦੱਸਿਆ ਜਾਂਦਾ ਆ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਵੱਲੋਂ, ਓਕੇ। ਇੱਥੇ ਅਸੀਂ ਗੱਲ ਕਰ ਲਾਂਗੇ ਆਰਟੀਕਲ 78 ਦੀ, ਰਾਈਟ। ਇਸ ਦੇ ਵਿੱਚ ਬੋਲਿਆ ਗਿਆ ਹੈ ਕਿ PM ਸਾਰੇ ਹੀ ਕੰਮਾਂ ਦੇ ਬਾਰੇ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਦੱਸੇਗਾ, ਠੀਕ ਹੈ। ਇਸ ਬਾਰੇ ਅਸੀਂ ਅੱਗੇ ਜਾ ਕੇ ਇੱਕ ਕੁਐਸਚਨ ਆਉਣ ਵਾਲਾ ਹੈ, ਉਸ ਦੇ ਵਿੱਚ ਅਸੀਂ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਰਾਈਟ। ਤੇ ਇੱਥੇ ਤੁਸੀਂ ਇੰਨਾ ਹੀ ਯਾਦ ਰੱਖਣਾ ਹੈ ਕਿ PM ਦੇ ਕੰਮਾਂ ਦੇ ਬਾਰੇ ਦੇ ਵਿੱਚ ਅਗਰ ਕੋਈ ਵੀ ਕੁਐਸਚਨਸ ਆਏਗਾ ਤਾਂ ਫਿਰ ਉਹ 78 ਆਰਟੀਕਲ ਦੇ ਵਿੱਚੋਂ ਹੀ ਬੋਲਣਾ ਆ, ਓਕੇ। ਕੁਐਸਚਨ ਨੰਬਰ 23. Who said that the prime minister is the captain of the ship of the state? ਕਿਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਜੋ ਹੁੰਦੇ ਆ ਇਹ ਸਟੇਟ ਦੀ ਜਿਹੜੀ ਕਿਸ਼ਤੀ ਹੈ ਉਸਦੇ ਕੈਪਟਨ ਦੀ ਤਰ੍ਹਾਂ ਕੰਮ ਕਰਦੇ ਨੇ, ਠੀਕ ਹੈ। ਤਾਂ ਇਹ ਬੋਲਿਆ ਗਿਆ ਸੀਗਾ ਮੁਨਰੋ ਵੱਲੋਂ, ਓਕੇ, ਰਾਈਟ। ਤਾਂ ਹੁਣ ਤੁਸੀਂ ਇੱਥੇ ਦੇਖੋ, ਅਗਰ ਅਸੀਂ ਇਸ ਕੁਐਸਚਨ ਨੂੰ ਡਿਟੇਲ ਨਾਲ ਦੇਖੀਏ ਤਾਂ ਇਹ ਬੋਲਿਆ ਕਿਉਂ ਜਾਂਦਾ ਆ ਕਿ ਪ੍ਰਾਈਮ ਮਿਨਿਸਟਰ ਹੀ ਹੈਡ ਹੋਣਗੇ। ਦੇਖੋ ਜਿਹੜੇ ਪ੍ਰਾਈਮ ਮਿਨਿਸਟਰ ਹੈ ਇਹ ਕੀ ਕਰਦੇ ਨੇ, ਇਹ ਜਿਹੜੀ ਵੀ ਸਾਡੀ ਗਵਰਨਮੈਂਟ ਹੈ ਨਾ, ਇਹਨਾਂ ਦੇ ਸਾਰੇ ਡਿਸੀਜਨ, ਸਾਰੀਆਂ ਪਾਲਿਸੀਜ਼ ਮੇਕਿੰਗ ਦੇ ਲਈ ਰਿਸਪੌਂਸਿਬਲ ਹੁੰਦੇ ਨੇ, ਹੈ ਨਾ। ਔਰ ਇਹਨਾਂ ਦੀ ਕੈਪਟੈਂਸੀ ਦੇ ਵਿੱਚ ਹੀ ਜਿਹੜੀ ਕਾਉਂਸਲ ਆਫ ਮਿਨਿਸਟਰਸ ਹੁੰਦੀ ਹੈ ਸਾਰੇ ਕੰਮ ਕਰਦੀ ਹੈ। ਇਸ ਦਾ ਮਤਲਬ ਜਿਸ ਤਰ੍ਹਾਂ ਇੱਕ ਕੈਪਟਨ ਆਪਣੇ ਸਾਰੇ ਹੀ ਮੈਂਬਰਸ ਨੂੰ ਸੰਭਾਲ ਕੇ ਰੱਖਦਾ ਆ, ਠੀਕ ਹੈ, ਸ਼ਿਪ ਨੂੰ ਕੰਟਰੋਲ ਕਰਦਾ ਆ, ਐਸੇ ਤਰ੍ਹਾਂ ਇੰਡੀਆ ਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ ਕਿਸ ਦੇ ਕੰਟਰੋਲ ਦੇ ਵਿੱਚ ਹੁੰਦੀ ਹੈ? ਪ੍ਰਾਈਮ ਮਿਨਿਸਟਰ ਦੇ, ਰਾਈਟ। ਸਾਰੇ ਪੋਰਟਫੋਲੀਓ ਦੇਣਾ, ਸਾਰੇ ਡਿਸੀਜਨਸ ਲੈਣਾ, ਸਾਰੇ ਕੰਮ ਪ੍ਰਾਈਮ ਮਿਨਿਸਟਰ ਦੇ ਹੁੰਦੇ ਆ। ਇਸ ਕਰਕੇ ਬੋਲਿਆ ਜਾਂਦਾ ਆ ਕਿ ਇਹ ਸਾਡੀ ਸਟੇਟ ਦੇ ਸ਼ਿਪ ਦੇ ਕੈਪਟਨ ਦੀ ਤਰ੍ਹਾਂ ਵਰਕ ਕਰਦੇ ਨੇ, ਓਕੇ। Question number 24. Which article defines the duty of the prime minister? किस आर्टिकल ਦੇ ਵਿੱਚ ਪ੍ਰਾਈਮ ਮਿਨਿਸਟਰ ਦੀਆਂ ਡਿਊਟੀਆਂ ਦੇ ਬਾਰੇ ਦੇ ਵਿੱਚ ਗੱਲ ਕੀਤੀ ਗਈ ਹੈ? ਤਾਂ ਇਹ ਹੋ ਜਾਏਗਾ ਆਰਟੀਕਲ 78, ਰਾਈਟ। ਇੰਡੀਆ ਦੇ ਜਿਹੜੇ ਹੈੱਡ ਹੁੰਦੇ ਆ, ਹੈ ਨਾ, ਅਸੀਂ ਕਨਸਟੀਟਿਊਸ਼ਨ ਦੇ ਵਿੱਚ ਦੇਖਿਆ ਕਿ ਪ੍ਰੈਜ਼ੀਡੈਂਟ ਨੂੰ ਮੰਨਿਆ ਜਾਂਦਾ ਆ, ਹੈ ਨਾ,
ਕਿ ਇਹ ਦੱਸਿਆ ਗਿਆ ਕਿ ਸਾਰੇ ਦੇ ਸਾਰੇ ਜਿਹੜੇ ਐਗਜ਼ੀਕਿਊਟਿਵ ਵਰਕ ਹੁੰਦੇ ਆ ਉਹ ਪੀਐਮ ਨੇ ਹੀ ਕਰਨੇ ਹੁੰਦੇ ਆ ਤੇ ਉਹ ਕੀ ਕਰਦੇ ਆ, ਉਹ ਪ੍ਰੈਸੀਡੈਂਟ ਦੀ ਹੈਲਪ ਦੇ ਲਈ ਹੀ ਤਾਂ ਅਪਾਇੰਟ ਕੀਤੇ ਜਾਂਦੇ ਆ, ਹੈ ਨਾ। ਐਸੇ ਕਰਕੇ ਸਾਰੇ ਕਾਉਂਸਲ ਆਫ ਮਿਨਿਸਟਰ ਪ੍ਰੈਸੀਡੈਂਟ ਦੇ ਨਾਮ ਦੇ ਉੱਪਰ ਕੰਮ ਕਰਦੀ ਹੈ, ਠੀਕ ਹੈ। ਯਾਨੀ ਕਿ ਕੰਮ ਚਾਹੇ ਪੀਐਮ ਕਰਨਗੇ ਚਾਹੇ ਕਾਉਂਸਲ ਆਫ ਮਿਨਿਸਟਰ ਕਰੇਗੀ, ਬਟ ਨਾਮ ਕਿਹਦਾ ਯੂਜ਼ ਹੁੰਦਾ ਆ, ਪ੍ਰੈਸੀਡੈਂਟ ਦਾ, ਰਾਈਟ। ਤੇ ਇਹਨਾਂ ਕੰਮਾਂ ਦੇ ਬਾਰੇ ਦੇ ਵਿੱਚ ਆਰਟੀਕਲ 78 ਦੇ ਵਿੱਚ ਕਿਹਾ ਸੀ, ਜਿਸ ਬਾਰੇ ਮੈਂ ਤੁਹਾਨੂੰ ਕਿਹਾ ਸੀ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ, ਠੀਕ ਹੈ, ਕਿ ਪ੍ਰਾਈਮ ਮਿਨਿਸਟਰ ਕੋਈ ਵੀ ਕੰਮ ਕਰੇਗਾ ਸਾਰੀ ਦੀ ਸਾਰੀ ਇਨਫੋਰਮੇਸ਼ਨ ਉਹ ਪ੍ਰੈਸੀਡੈਂਟ ਨੂੰ ਦੇਗਾ, ਠੀਕ ਹੈ। ਇਸ ਦੇ ਵਿੱਚ ਨਾ 3 ਮੇਨ ਪਾਰਟ ਬੋਲੇ ਗਏ ਆ ਕੰਮਾਂ ਦੇ। ਪਹਿਲੀ ਗੱਲ ਉਹਨਾਂ ਨੇ ਬੋਲੀ ਹੈ ਕਿ ਕਾਉਂਸਲ ਆਫ ਮਿਨਿਸਟਰਸ ਨੇ ਐਡਮਿਨਿਸਟ੍ਰੇਸ਼ਨ ਜਾਂ ਫਿਰ ਲੈਜਿਸਲੇਚਰ ਦੇ ਲਈ ਕੋਈ ਵੀ ਡਿਸੀਜਨ ਲਿਆ, ਠੀਕ ਹੈ, ਤਾਂ ਇਹਦੀ ਇਨਫੋ ਪੀਐਮ ਪ੍ਰੈਸੀਡੈਂਟ ਨੂੰ ਦੇਗਾ। ਸੈਕਿੰਡ ਪੁਆਇੰਟ ਦੇ ਵਿੱਚ ਬੋਲਿਆ ਗਿਆ ਹੈ ਕਿ ਜੇਕਰ ਪ੍ਰੈਸੀਡੈਂਟ ਪੀਐਮ ਦੇ ਕੋਲੋਂ ਕੋਈ ਵੀ ਐਡਮਿਨਿਸਟ੍ਰੇਸ਼ਨ ਜਾਂ ਲੈਜਿਸਲੇਸ਼ਨ ਦੇ ਨਾਲ ਰਿਲੇਟਡ ਇਨਫੋਰਮੇਸ਼ਨ ਮੰਗੇਗਾ ਤਾਂ ਵੀ ਪੀਐਮ ਜ਼ਰੂਰ ਦੇਗਾ। ਪਹਿਲੇ ਦੇ ਵਿੱਚ ਪੀਐਮ ਨੇ ਖੁਦ ਦਿੱਤੀ ਹੈ, ਦੂਸਰੇ ਦੇ ਵਿੱਚ ਅਗਰ ਪ੍ਰੈਸੀਡੈਂਟ ਵੱਲੋਂ ਮੰਗੀ ਗਈ ਹੈ ਤਾਂ ਇਸ ਬਾਰੇ ਗੱਲ ਹੋਈ ਹੈ, ਓਕੇ। ਤੇ ਥਰਡ ਦੇ ਵਿੱਚ ਕੀ ਬੋਲਿਆ, ਮੰਨ ਲਓ ਕਿਸੇ ਮਿਨਿਸਟਰ ਨੇ ਕੋਈ ਡਿਸੀਜਨ ਲਿਆ ਬਟ ਉਹਨੂੰ ਕਾਉਂਸਲ ਆਫ ਮਿਨਿਸਟਰਸ ਦੇ ਵਿੱਚ ਦੱਸਿਆ ਨਹੀਂ ਗਿਆ, ਤਾਂ ਫਿਰ ਜਿਹੜੇ ਪ੍ਰੈਸੀਡੈਂਟ ਹੈ ਅਗਰ ਉਹ ਜਾਣਕਾਰੀ ਮੰਗਣਗੇ ਤਾਂ ਇਹ ਜਾਣਕਾਰੀ ਵੀ ਫਿਰ ਪ੍ਰਾਈਮ ਮਿਨਿਸਟਰ ਜੋ ਹੈ ਇਹ ਪ੍ਰੈਸੀਡੈਂਟ ਨੂੰ ਦੇਗਾ, ਠੀਕ ਹੈ। ਤਾਂ ਹੁਣ ਇੱਥੇ ਮੈਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਫੈਕਟਸ ਰੱਖੇ ਹੈਗੇ ਆ ਪ੍ਰਾਈਮ ਮਿਨਿਸਟਰ ਦੇ ਨਾਲ ਰਿਲੇਟਡ, ਤਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣਗੇ, ਠੀਕ ਹੈ। ਜਵਾਹਰ ਲਾਲ ਨਹਿਰੂ ਇੰਡੀਆ ਦੇ ਪਹਿਲੇ ਪ੍ਰਾਈਮ ਮਿਨਿਸਟਰ ਸੀਗੇ, ਸਭ ਤੋਂ ਲੰਬਾ ਟਾਈਮ ਸਰਵ ਕਰਨ ਵਾਲੇ ਪ੍ਰਾਈਮ ਮਿਨਿਸਟਰ ਸੀ ਔਰ ਪਹਿਲੇ ਸੀ ਜਿਨ੍ਹਾਂ ਦੀ ਆਪਣੇ ਕਾਰਜਕਾਲ ਦੇ ਵਿੱਚ ਹੀ ਡੈਥ ਹੋਈ, ਠੀਕ ਹੈ। ਗੁਲਜ਼ਾਰੀ ਲਾਲ ਨੰਦਾ ਇਹ ਪਹਿਲੇ ਐਕਟਿੰਗ ਪ੍ਰਾਈਮ ਮਿਨਿਸਟਰ ਬਣੇ ਸੀ ਇੰਡੀਆ ਦੇ, ਰਾਈਟ। ਲਾਲ ਬਹਾਦੁਰ ਸ਼ਾਸਤਰੀ ਇਹ 1965 ਦੇ ਵਿੱਚ ਜਦੋਂ ਇੰਡੀਆ ਐਂਡ ਪਾਕਿਸਤਾਨ ਦਾ ਯੁੱਧ ਹੋਇਆ ਸੀ ਉਦੋਂ ਇਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ। ਇੰਦਰਾ ਗਾਂਧੀ ਪਹਿਲੇ ਫੀਮੇਲ ਪ੍ਰਾਈਮ ਮਿਨਿਸਟਰ ਹੈ ਇੰਡੀਆ ਦੇ ਔਰ ਫਸਟ ਫੀਮੇਲ ਹੀ ਨੇ ਜਿਨ੍ਹਾਂ ਨੇ ਕਿ ਐਜ਼ ਪ੍ਰਾਈਮ ਮਿਨਿਸਟਰ 2 ਟਰਮ ਦੇ ਲਈ ਸਰਵ ਕੀਤਾ, ਠੀਕ ਹੈ। ਮੁਰਾਰਜੀ ਦੇਸਾਈ ਇਹ ਪ੍ਰਾਈਮ ਮਿਨਿਸਟਰ ਜਦੋਂ ਬਣੇ ਸੀ ਤਾਂ ਸਭ ਤੋਂ ਜ਼ਿਆਦਾ ਏਜ ਦੇ ਬੰਦੇ ਸੀਗੇ, ਦੈਨ ਪਹਿਲੇ ਹੀ ਸੀ ਜਿਨ੍ਹਾਂ ਨੇ ਰਿਜ਼ਾਈਨ ਕੀਤਾ। ਚਰਨ ਸਿੰਘ ਇਹ ਓਨਲੀ ਪ੍ਰਾਈਮ ਮਿਨਿਸਟਰ ਹੈ ਜਿਨ੍ਹਾਂ ਨੇ ਕਦੀ ਵੀ ਪਾਰਲੀਮੈਂਟ ਨੂੰ ਫੇਸ ਹੀ ਨਹੀਂ ਕੀਤਾ। ਰਾਜੀਵ ਗਾਂਧੀ ਸਭ ਤੋਂ ਘੱਟ ਉਮਰ ਦੇ ਵਿੱਚ ਪ੍ਰਾਈਮ ਮਿਨਿਸਟਰ ਬਣੇ। ਵੀਪੀ ਸਿੰਘ ਪਹਿਲੇ ਇੱਦਾਂ ਦੇ ਪ੍ਰਾਈਮ ਮਿਨਿਸਟਰ ਹੈ ਜਿਨ੍ਹਾਂ ਨੇ ਨੋ ਕੌਨਫੀਡੈਂਸ ਦੀ ਵੋਟ ਤੋਂ ਬਾਅਦ ਰਿਜ਼ਾਈਨ ਕੀਤਾ, ਠੀਕ ਹੈ। ਪੀਵੀ ਨਰਸਿਮਹਾ ਰਾਓ ਇਹ ਫਸਟ ਪੀਐਮ ਹੈ ਜੋ ਕਿ ਸਾਊਥ ਇੰਡੀਆ ਤੋਂ ਬਿਲੋਂਗ ਕਰਦੇ ਸੀਗੇ। ਅਟਲ ਬਿਹਾਰੀ ਵਾਜਪੇਈ ਸਭ ਤੋਂ ਛੋਟੀ ਟੈਨਿਓਰ ਵੀ ਇਹਨਾਂ ਦੀ ਹੈ ਔਰ ਪਹਿਲੇ ਨੌਨ ਕਾਂਗਰਸ ਪ੍ਰਾਈਮ ਮਿਨਿਸਟਰ ਵੀ ਇਹੀ ਨੇ ਜਿਨ੍ਹਾਂ ਨੇ ਫੁੱਲ ਟਰਮ ਨੂੰ ਕੰਪਲੀਟ ਕੀਤਾ, ਰਾਈਟ। ਦੈਨ ਮਨਮੋਹਨ ਸਿੰਘ ਜੀ ਇਹ ਇੰਡੀਆ ਦੇ ਪਹਿਲੇ ਸਿੱਖ ਪ੍ਰਾਈਮ ਮਿਨਿਸਟਰ ਸੀ, ਓਕੇ। all these facts are very much important, all right, okay। ਇੱਥੇ ਹੀ ਫਿਰ ਅੱਜ ਦਾ ਸੈਸ਼ਨ ਓਵਰ ਹੋ ਰਿਹਾ ਆ। ਥੈਂਕ ਯੂ ਸੋ ਮਚ। ਆਈ ਹੋਪ ਤੁਹਾਨੂੰ ਸੈਸ਼ਨ ਅੱਛਾ ਲੱਗਿਆ ਹੋਏਗਾ। ਅਗਰ ਅੱਛਾ ਲੱਗਿਆ ਹੋਏ ਤਾਂ give me a like and subscribe to the channel. Thank you so much. Have a nice time. Bye bye.